Hello everyone, I welcome you all on official YouTube channel of VGM ਵਿਸ਼ਵ ਗਿਆਨ ਮੰਤਰਾ। ਮੈਂ ਤੁਹਾਡੇ ਸਾਰਿਆਂ ਦਾ ਵਿਸ਼ਵ ਗਿਆਨ ਮੰਤਰਾ ਦੇ official YouTube ਚੈਨਲ ਤੇ ਸਵਾਗਤ ਕਰਦੀ ਹਾਂ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਆਪਾਂ ETT ਕੈਡਰ ਮਿਸ਼ਨ ਸਕਸੈਸ ਦੇ ਅੰਦਰ ਜਿਹੜੇ ETT ਕੈਡਰ ਲਈ ਇੱਕ ਸਾਇੰਸ ਦੇ ਓਪਨ MCQ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਜਿਸ ਦੇ ਅੰਦਰ ਹੁਣ ਤੋਂ ਪਹਿਲਾਂ ਆਪਾਂ ਜਿਹੜੀਆਂ 3 ਵੀਡੀਓਜ਼ ਡਿਸਕਸ ਕਰ ਚੁੱਕੇ ਹਾਂ। ਆਪਾਂ 60 ਕੁਐਸਚਨ ਜਿਹੜੇ ਡਿਸਕਸ ਕਰ ਚੁੱਕੇ ਹਾਂ ਤੇ ਕਾਈਂਡਲੀ ਤੁਸੀਂ ਸਾਰੇ ਜਣੇ ਜਿਹੜੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਟੂਡੈਂਟ ਜਿਹੜੇ ਆ ਇਸ ਸੀਰੀਜ਼ ਦਾ ਫਾਇਦਾ ਉਠਾ ਸਕਣ। ਅੱਜ ਜਿਹੜੀ ਆਪਣੇ ਇਸ ਸੈਸ਼ਨ ਦੀ 4th ਵੀਡੀਓ ਹੈ। ਲੈਟ ਅਸ ਸੀ ਵਾਟ ਇਜ਼ ਆਵਰ ਫਰਸਟ ਕੁਐਸਚਨ। ਵਧਦੇ ਹਾਂ ਅੱਜ ਦੇ ਆਪਣੇ ਪਹਿਲੇ ਕੁਐਸਚਨ ਵੱਲ। ਦੇਖਦੇ ਹਾਂ ਜੀ, ਪੇਸ਼ ਹੈ ਤੁਹਾਡੇ ਸਾਹਮਣੇ ਅੱਜ ਦਾ ਪਹਿਲਾ ਕੁਐਸਚਨ। ਐਗ ਸੈਲ ਇਜ਼ ਮੇਡ ਅਪ ਆਫ। ਐਗ ਸੈਲ ਇਜ਼ ਮੇਡ ਆਫ ਜਿਹੜਾ ਅੰਡੇ ਦਾ ਸ਼ੈਲ ਹੁੰਦਾ ਹੈ, ਛਿਲਕਾ ਹੁੰਦਾ, ਕਿਸ ਦਾ ਬਣਿਆ ਹੁੰਦਾ ਹੈ? ਐਗ ਸੈਲ ਕਿਸ ਚੀਜ਼ ਦਾ ਬਣਿਆ ਹੁੰਦਾ ਹੈ? ऑप्शन है ਤੁਹਾਡੇ ਕੋਲ CaCO3 कैल्शियम कार्बोनेट, ऑप्शन बी है CaO कैल्शियम ऑक्साइड, ऑप्शन सी है CaOH2 कैल्शियम हाइड्रोक्साइड, ऑप्शन डी है CaCl2 कैल्शियम क्लोराइड। ਤਾਂ ਇਹਨਾਂ ਵਿੱਚੋਂ ਕਿਹੜਾ ਐਗ ਸੈਲ ਜਿਹੜਾ ਹੈ ਉਹ ਕਿਸ ਨਾਲ ਬਣਿਆ ਹੁੰਦਾ ਹੈ? ਤਾਂ ਜਿਹੜਾ ਸਾਡੇ ਕੋਲ ਐਗ ਸੈਲ ਹੈ ਜੀ ਉਹ ਬਣਿਆ ਹੁੰਦਾ ਹੈ ਜੀ ਕੈਲਸ਼ੀਅਮ ਕਾਰਬੋਨੇਟ ਦਾ। CaCO3 ਜਿਹੜੀ ਇਹਦੀ ਕਰੈਕਟ ਆਪਸ਼ਨ ਹੈ, ਇਹਦੇ ਆਨਸਰ ਜਿਹੜਾ ਕੀ ਹੈ ਆਪਸ਼ਨ ਨੰਬਰ ਏ। ਇਹ ਜਿਹੜਾ ਜੀ ਇਹਦੀ ਕਰੈਕਟ ਆਪਸ਼ਨ ਹੈ। ਕੈਲਸ਼ੀਅਮ ਕਾਰਬੋਨੇਟ ਹੁੰਦਾ ਜੀ ਐਗ ਦੇ ਜਿਹੜੇ ਸੈਲ 'ਚ, ਐਗ ਦੇ ਜਿਹੜੇ ਛਿਲਕੇ ਦੇ ਅੰਦਰ। ਤੁਹਾਨੂੰ ਬਾਕੀਆਂ ਬਾਰੇ ਵੀ ਦੱਸ ਦਿੰਦੀ ਹਾਂ। CaO ਦਾ ਫੁੱਲ ਨਾਮ ਕੀ ਹੈ? CaO ਹੁੰਦਾ ਜੀ ਕੈਲਸ਼ੀਅਮ ਆਕਸਾਈਡ। ਇਹਨੂੰ ਕੀ ਕਹਿੰਦੇ ਆ ਜੀ? ਕੈਲਸ਼ੀਅਮ ਆਕਸਾਈਡ ਹੁੰਦਾ ਹੈ। ਤੇ ਕੈਲਸ਼ੀਅਮ ਆਕਸਾਈਡ ਦਾ ਕਾਮਨ ਨੇਮ ਤੁਹਾਨੂੰ ਦੱਸ ਦਿੰਦੇ, ਤੁਸੀਂ ਸਾਰੇ ਲਿਖ ਲਿਓ ਜੀ। ਕੁਇਕ ਲਾਈਮ ਕਹਿੰਦੇ ਹਾਂ। ਇਹ ਕੁਐਸਚਨ ਪੇਪਰ 'ਚ ਪਿੱਛੇ ਹੁਣੇ ਪੁੱਛਿਆ ਗਿਆ ਹੈ। क्विक लाइम ते सिलेक्ट लाइम से क्वेश्चन पेपर से पूछ लिया जाता है। तो CaO कैल्शियम ऑक्साइड ਨੂੰ ਕੀ ਕਹਿੰਦੇ ਆ ਜੀ? क्विक लाइम, ਜਿਹਨੂੰ ਕਹਿੰਦੇ ਆ ਅਣਬੁੱਝਿਆ ਚੂਨਾ। ਠੀਕ ਹੈ। ਨੈਕਸਟ ਹੈ ਜੀ ਤੁਹਾਡੇ ਕੋਲ CaOH2। CaOH2 ਕੀ ਹੁੰਦਾ ਜੀ? ਕੈਲਸ਼ੀਅਮ ਹਾਈਡਰੋ ਆਕਸਾਈਡ। ਇਹਨੂੰ ਕਹਿੰਦੇ ਆ ਜੀ ਆਪਾਂ ਕੈਲਸ਼ੀਅਮ ਹਾਈਡਰੋ ਆਕਸਾਈਡ। ਕੈਲਸ਼ੀਅਮ ਹਾਈਡਰੋ ਆਕਸਾਈਡ ਕੀ ਹੁੰਦਾ ਸਾਡੇ ਕੋਲ? ਜਿਹਦਾ ਕੈਮੀਕਲ ਨਾਮ ਤਾਂ ਇਹਦਾ ਕੈਲਸ਼ੀਅਮ ਹਾਈਡਰੋ ਆਕਸਾਈਡ ਹੈ ਤੇ ਇਹਦਾ ਜਿਹੜਾ ਕਾਮਨ ਨੇਮ ਹੈ ਉਹ ਹੈ ਜੀ ਸਾਡੇ ਕੋਲ ਸਲੈਕਡ ਲਾਈਮ। ਸਲੈਕਡ ਲਾਈਮ ਕੀ ਕਹਿੰਦੇ ਆ ਜੀ? ਸਲੈਕਡ ਲਾਈਮ। ਸਲੈਕਡ ਲਾਈਮ ਬੁੱਝਿਆ ਹੋਇਆ ਚੂਨਾ। ਸਲੈਕਡ ਲਾਈਮ ਕਿਹਾ ਜਾਂਦਾ ਹੈ ਬੁੱਝਿਆ ਹੋਇਆ ਚੂਨਾ। CaCl2 ਸਾਡੇ ਕੋਲ ਕੀ ਹੈ ਜੀ? ਕੈਲਸ਼ੀਅਮ ਕਲੋਰਾਈਡ ਨੂੰ ਆਪਾਂ ਕਹਿੰਦੇ ਹਾਂ। CaCl2 ਕੀ ਹੈ ਜੀ ਸਾਡੇ ਕੋਲ? ਕੈਲਸ਼ੀਅਮ ਕਲੋਰਾਈਡ। ਤਾਂ ਅਸੀਂ ਅੱਜ ਦਾ ਪਹਿਲਾ ਕੁਐਸਚਨ ਦੇਖਦੇ ਹਾਂ। ਆਪਾਂ ਦਾ ਸੈਕੰਡ ਕੁਐਸਚਨ ਕੀ ਹੈ? ਲੈਟ ਅਸ ਸੀ। दूजा क्वेश्चन है ਤੁਹਾਡੇ ਸਾਹਮਣੇ। वाई डज कार्बन फॉर्म कंपाउंड्स मेनली बाय कोवैलेंट बॉन्डिंग। ਕਹਿੰਦਾ ਕਾਰਬਨ ਜਿਹੜਾ ਹੈ ਕੰਪਾਊਂਡ ਜ਼ਿਆਦਾਤਰ ਕੋਵੈਲੈਂਟ ਬੌਂਡਿੰਗ ਤੋਂ ਕਿਉਂ ਬਣਾਉਂਦਾ ਹੈ? ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਦੋ ਤਰ੍ਹਾਂ ਦੇ ਬੌਂਡਿੰਗ ਬਾਰੇ। ਇੱਕ ਦੱਸਿਆ ਸੀ ਤੁਹਾਨੂੰ ਆਇਓਨਿਕ ਬੌਂਡਸ ਬਾਰੇ ਤੇ ਦੂਜਾ ਦੱਸਿਆ ਸੀ ਕੋਵੈਲੈਂਟ ਬੌਂਡ ਦੇ ਬਾਰੇ। ਤੇ ਕਹਿੰਦਾ ਜੀ ਕਾਰਬਨ ਜਿਹੜਾ ਹੈ ਉਹ ਕੋਵੈਲੈਂਟ ਬੌਂਡ ਕਿਉਂ ਬਣਾਉਂਦਾ ਹੈ? ਤਾਂ ਸਭ ਤੋਂ ਪਹਿਲਾਂ ਜੀ ਤੁਹਾਨੂੰ ਪਤਾ ਹੀ ਹੈ ਕਿ ਕਾਰਬਨ ਦੀ ਵੈਲੈਂਸੀ ਸਾਡੇ ਕੋਲ ਕਿੰਨੀ ਹੁੰਦੀ ਹੈ ਜੀ? 4 ਹੁੰਦੀ ਹੈ। ਕਾਰਬਨ ਕੀ ਹੈ ਸਾਡੇ ਕੋਲ? ਟੈਟਰਾਵੈਲੈਂਟ ਹੁੰਦਾ ਹੈ। ਕਾਰਬਨ ਕੀ ਹੈ ਜੀ? ਟੈਟਰਾਵੈਲੈਂਟ ਹੁੰਦਾ ਹੈ। ਹੁਣ ਦੇਖਦੇ ਹਾਂ ਆਪਣੇ ਕੋਲ ਆਪਸ਼ਨਸ ਕੀ ਹੈ। देयर आर 4 इलेक्ट्रॉन इन द आउटरमोस्ट सेल ऑफ कार्बन। बिल्कुल सही गल है जी। आउटरमोस्ट सेल के अंदर 4 कंपाउंड 4 ਜਿਹੜੇ ਹੈ कार्बन ਦੇ इलेक्ट्रॉन ਜਿਹੜੇ ਹੁੰਦੇ ਹਨ। सेकंड है इट रिक्वायर्ड लार्ज अमाउंट ऑफ एनर्जी टू फॉर्म CA4+ और C4। कहते हैं इन्हों C4+ ਜਾਂ 4- ਬਣਾਉਣ ਲਈ ਬਹੁਤ ਜ਼ਿਆਦਾ ਊਰਜਾ ਦੀ ਲੋੜ ਪੈਂਦੀ ਹੈ। ਬਿਲਕੁਲ ਸਹੀ। ਇਹਦੇ ਲਈ ਇਹਨੂੰ ਕਾਫੀ એનર્ਜੀ ਦੀ ਲੋੜ ਪੈਂਦੀ ਹੈ। ਨੈਕਸਟ ਹੈ ਜੀ ਇਟ ਸ਼ੇਅਰ ਇਟਸ ਵੈਲੈਂਸ ਇਲੈਕਟ੍ਰੋਨ ਟੂ ਕੰਪਲੀਟ ਇਟਸ ਆਕਟੇਟ। ਕਹਿੰਦਾ ਇਹ ਆਪ ਦਾ ਵੈਲੈਂਸ ਜਿਹੜਾ ਹੈ, ਇਹ ਵੈਲੈਂਸ ਇਲੈਕਟ੍ਰੋਨ ਹੈ, ਉਹਨਾਂ ਨੂੰ ਆਪ ਦਾ ਆਕਟੇਟ ਪੂਰਾ ਕਰਨ ਲਈ ਸ਼ੇਅਰ ਕਰਦਾ ਹੈ। ਬਿਲਕੁਲ ਸਹੀ। ਆਕਟੇਟ ਮੀਨ ਟੂ ਸੇ दैट 8 ਇਲੈਕਟ੍ਰੋਨ ਪੂਰਾ ਕਰਨ ਲਈ ਕੀ ਕਰਦਾ ਹੈ? ਸ਼ੇਅਰ ਕਰਦਾ ਹੈ। ਕੱਲਾ ਲੈ ਨਹੀਂ ਸਕਦਾ ਤਾਂ ਕੀ ਹੈ ਆ ਕੀ ਕਰਦਾ? ਸ਼ੇਅਰਿੰਗ ਕਰਦਾ ਹੈ। ਬਿਲਕੁਲ ਸਹੀ ਗੱਲ ਹੈ ਜੀ। ਤਿੰਨੋਂ ਪੁਆਇੰਟ ਇਹਦੇ ਜਿਹੜੇ ਸਹੀ ਨੇ। ਤਾਂ ਇਹਦਾ ਆਪਸ਼ਨ ਨੰਬਰ ਸਾਡੀ ਕੀ ਹੋਵੇਗੀ? ਆਪਸ਼ਨ ਨੰਬਰ ਡੀ, ਆਲ ਆਫ ਦੀ ਅਬਵ। ਕਿ ਕਾਰਬਨ ਜਿਹੜਾ ਹੈ ਮੇਨਲੀ ਕੋਵੈਲੈਂਟ ਬੌਂਡਿੰਗ ਕਿਉਂ ਕਰਦਾ ਹੈ? ਕਿਉਂਕਿ ਉਹਦੇ ਆਊਟਰਮੋਸਟ ਸੈਲ ਵਿੱਚ 4 ਇਲੈਕਟ੍ਰੋਨ ਹੁੰਦੇ ਨੇ। ਉਹ 4 ਇਲੈਕਟ੍ਰੋਨ ਜਿਹੜੇ ਆਕਟੇਟ ਬਣਾਉਣ ਲਈ ਸ਼ੇਅਰਿੰਗ ਕਰਦਾ ਹੈ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਥਰਡ ਕੁਐਸਚਨ। ਵਿਚ ਆਫ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਰਿਗਾਰਡਿੰਗ ਵੈਲੋਸਿਟੀ ਐਂਡ ਸਪੀਡ ਆਫ ਮੂਵਿੰਗ ਬੋਡੀ। ਕਹਿੰਦਾ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਜਿਹੜੀ ਹੈ ਕਿਸੇ ਵਸਤੂ ਦੇ ਵੇਗ ਅਤੇ ਗਤੀ ਦੇ ਰਿਗਾਰਡਿੰਗ ਸਹੀ ਹੈ? ਤੇ ਹੁਣ ਤੁਹਾਨੂੰ ਵੇਗ ਤੇ ਗਤੀ ਦੇ ਵਿਚਕਾਰ ਡਿਫਰੈਂਸ ਪਤਾ ਹੋਣਾ ਜ਼ਰੂਰੀ ਹੈ। ਵੇਗ ਕਿਹਨੂੰ ਕਹਿੰਦੇ ਆ? ਗਤੀ ਕਿਹਨੂੰ ਕਹਿੰਦੇ ਆ? ਦੋਨਾਂ 'ਚ ਥੋੜਾ ਜਿਹਾ ਡਿਫਰੈਂਸ ਹੈ। ਵਾਟ ਡੂ ਯੂ ਮੀਨ ਬਾਈ ਵੈਲੋਸਿਟੀ ਅਤੇ ਸਪੀਡ? ਵੈਲੋਸਿਟੀ ਕੀ ਹੈ ਜੀ? ਵੈਲੋਸਿਟੀ ਸਾਡੇ ਕੋਲ ਇੱਕ ਜਿਹੜੀ ਹੈ ਵੈਕਟਰ ਕੁਆਂਟੀਟੀ ਹੈ।
की है जी वेलोसिटी एक वैक्टर क्वांटिटी है। पंजाबी च कहंदे जी वेग एक सदिश राशि है। वेग एक की है सदृश राशि है। सदृश राशि का मतलब की हुंदा है कि इस ते डायरेक्शन का इंपैक्ट पैंदा है, दिशा का प्रभाव पैंदा है। जे आपां इस दिशा च जा रहे हैं, दिशा टर्न करांगे तो नैगेटिव मन्नांगे उहनूं कि दिशा का प्रभाव इस उपर पैंदा है। वो वेग कहने आ, वेग नूं की कहंदे आ विस्थापन विच समय अनुसार हो रहे परिवर्तन नूं वेग कहा जाता है। विस्थापन विच समय अनुसार हो रहे परिवर्तन नूं वेग कहा जाता है। गति की है जी, गति की है ये साडे कोल एक स्केलर क्वांटिटी है कि है एक स्केलर क्वांटिटी है, अदृश राशि है। इस उत्ते दिशा का कोई प्रभाव नहीं पैंदा, इस ते दिशा का कोई भी प्रभाव नहीं पैंदा। आपां कहंदे किसी मिथे समय विच तय कीती गई दूरी जिहड़ी है समय के अनुसार तय कीती गई दूरी नूं गति कहंदे आ। स्पीड का अपने कोल फार्मूला हुंदा है जी डिस्टेंस अपॉन टाइम, डिस्टेंस अपॉन टाइम। वेलोसिटी का साडे कोल फार्मूला की हुंदा है जी, वेलोसिटी हुंदी है जी डिस्प्लेसमेंट अपॉन टाइम, डिस्प्लेसमेंट अपॉन टाइम। विस्थापन बटा समा ते आके हुंदी है दूरी बटा समा। दूरी ते विस्थापन विचकार अंतर तुहानूं पता ही होवेगा। तो अपने क्वेश्चन वाल देखते हैं की कहंदा है कि वेलोसिटी ते स्पीड विच किहड़ी जिहड़ी गल सही है। पहली ऑप्शन है वेलोसिटी ऑफ मूविंग बॉडी इज ऑलवेज हायर देन इट्स स्पीड। बिल्कुल नहीं, हमेशा वध नहीं हुंदी, जबकि वेलोसिटी तां कदे भी स्पीड तो ज़्यादा नहीं हुंदी, हमेशा स्पीड ही ज़्यादा हुंदी है। वेलोसिटी स्पीड के बराबर जां स्पीड तो घट हुंदी है। तो पहला क्वेश्चन साडे पहली ऑप्शन जिहड़ी रोंग होगी जी, कहंदा वेलोसिटी स्पीड तो हमेशा वध हुंदी है। बिल्कुल नहीं, वेलोसिटी स्पीड तो वध नहीं हुंदी। दूजी ऑप्शन है स्पीड ऑफ मूविंग बॉडी इज ऑलवेज हायर देन वेलोसिटी। कहंदा मूविंग बॉडी की स्पीड जिहड़ी है हमेशा वेलोसिटी तो वध हुंदी है। चलदी हुई वस्तु की गति उसके वेग तो हमेशा वध हुंदी है। नहीं जी, हमेशा वर्ड आ गया जिहड़ा साडे कोल ऑलवेज वर्ड आ गया, इस कारण आ ऑप्शन भी साडे कोल रोंग हो जाती है। कदे कदे वध हुंदी है, हमेशा नहीं वध हुंदी, कई बार जिहड़ी है बराबर भी हुंदी है। बराबर कदों हुंदी है जो डिस्टेंस ते डिस्प्लेसमेंट बराबर होना एक चीज दे तां उस समय जिहड़ी है बराबर हो जाती है। तीजी ऑप्शन है स्पीड ऑफ मूविंग बॉडी इज इट्स वेलोसिटी इन गिवन डायरेक्शन। कहंदा किसी वस्तु की गति उसकी एक खास दिशा वाल वेग है। बिल्कुल नहीं जी, किसी वस्तु की एक खास दिशा वाल वेग जिहड़ा है वो नहीं है। क्यों नहीं है? क्योंकि दिशा नूं तां दिशा सॉरी गति नूं तां दिशा की लोड़ है ही नहीं। आ भी ऑप्शन गलत है जी। ऑप्शन नंबर सी जिहड़ी वो भी साडे कोल जिहड़ी है रोंग है। ऑप्शन नंबर डी की कहंदे जी वेलोसिटी ऑफ मूविंग बॉडी इज इट्स स्पीड इन गिवन डायरेक्शन। कहंदा किसी चीज़ का वेग जिहड़ा है एक खास दिशा विच दित्ती हुई गति के अनुसार है। बिल्कुल सही, जो गति के नाल दिशा लग गई, गति के नाल डायरेक्शन वर्ड लग गया तो वह अपने कोल की बन जाएगा जी वेलोसिटी वेग बन जाएगा। तो ऑप्शन नंबर डी जिहड़ी है जी साडे कोल करेक्ट ऑप्शन है। विच ऑफ फॉलोइंग स्टेटमेंट इज करेक्ट रिगार्डिंग वेलोसिटी एंड स्पीड। वो की है जी कि वेलोसिटी ऑफ ए मूविंग बॉडी इज इट्स स्पीड इन गिवन डायरेक्शन। किसी वस्तु का वेग जिहड़ा है उसकी किसी खास दिशा विच गति है। नैक्सट क्वेश्चन देखते हैं आज का। विच ऑफ द फॉलोइंग प्रोसैस रिलीज हीट। इन्हां विचों किहड़ी क्रिया जिहड़ी हीट रिलीज करती है, किहड़ा प्रोसैस जिहड़ा उस द्वारा हीट जिहड़ी रिलीज हुंदी है, हीट बाहर निकलती है। ऑप्शन है जी कंडेंसेशन, पंजाबी च कहंदे आ संघनन। ऑप्शन भी है वेपोराइजेशन जिसनूं आपां कहंदे हां वाष्पीकरण। ऑप्शन सी है फ्रीजिंग जमना। ऑप्शन डी है मेल्टिंग पिघलना। तो कहंदे इन्हां विचों किहड़ी प्रोसैस है जिहड़ी कि हीट नूं रिलीज करती है। किस प्रोसैस दे अंदर हीट जिहड़ी है वो साडे कोल रिलीज हुंदी है। संघनन च हुंदी है, वाष्पीकरण च हुंदी है, फ्रीजिंग च हुंदी है, जां मेल्टिंग च हुंदी है। तो देखो जिहड़ी हीट रिलीज हीट बाहर कदों निकलती है। संघनन च हीट जिहड़ी है साडे कोल बाहर निकलती है जदों भी कंडेंसेशन हुंदा है तो हीट की है रिलीज हुंदी है। ठीक, दूजा किहड़ा है जी ये साडे कोल फ्रीजिंग के दौरान जदों कोई चीज़ जमदी है उदों भी हीट बाहर निकलती है। किवें? देखो बर्फ है, बर्फ वाटर है, पानी नूं आपां जमाने आ तो ठंडा ठंडा जिवें जिवें पानी ठंडा होंदा है पानी की जिहड़ी हीट है वो बाहर निकल जाती है तो वह पानी जिहड़ा साडे कोल जम जाता है। संघनन च की हुंदा है जी भाफ जिहड़ी पानी च बदलती है, भाफ के अंदरों जिहड़ी हीट निकलती है तो वापस जिहड़ी तरल बन जाती है गैस तो इन्हां दोवां प्रोसैस की है जी हीट रिलीज हुंदी है, ताप जिहड़ा है बाहर निकलता है। पर वेपोराइजेशन ते मेल्टिंग के अंदर ऑब्जर्व हुंदी है। जदों जिहड़ी अपने कोल बर्फ है उहदे अंदर हीट ऑब्जर्व होएगी तो वह पिघलेगी। वेपोराइजेशन च की है जदों पानी के अंदर हीट आएगी, ज़्यादा हीट ऑब्जर्व करेगा तो पानी जिहड़ा है वाष्पीकरण हो जाएगा।
ਤਾਂ ਹੀਟ ਜਿਹੜੀ ਰਿਲੀਜ਼ ਕਦੋਂ ਹੋਏਗੀ? ਕੰਡੈਂਸੇਸ਼ਨ ਤੇ ਫ੍ਰੀजिंग ਦੇ ਵਿੱਚ। ਤਾਂ ਫਸਟ ਐਂਡ ਥਰਡ ਜਿਹੜਾ ਇਹਦੀ ਕਰੈਕਟ ਆਪਸ਼ਨ ਹੈ ਤੇ ਆਪਸ਼ਨ ਨੰਬਰ ਸੀ ਸਾਡੇ ਕੋਲ ਇਸ ਦਾ ਜਿਹੜਾ ਆਨਸਰ ਬਣੇਗਾ ਫਸਟ ਐਂਡ 3, 1 ਐਂਡ 3। ਨੈਕਸਟ ਕੁਐਸਚਨ ਹੈ ਸਾਡੇ ਕੋਲ ਦੀ ਡਿਸਟੈਂਸ ਬਿਟਵੀਨ ਕੰਜ਼ੀਕਿਊਟਿਵ ਕ੍ਰੈਸਟਸ। ਕਹਿੰਦਾ ਕੋਈ ਦੋ ਲਗਾਤਾਰ ਕ੍ਰੈਸਟ ਦੇ ਵਿੱਚ ਡਿਸਟੈਂਸ ਨੂੰ ਕੀ ਕਿਹਾ ਜਾਂਦਾ ਹੈ? ਕ੍ਰੈਸਟ ਕੀ ਹੁੰਦਾ ਹੈ ਜੀ? ਆਪਣੇ ਕੋਲ ਜਿਵੇਂ ਟ੍ਰਾਂਸਵਰਸ ਵੇਵ ਨੇ, ਆ ਨੇ ਟ੍ਰਾਂਸਵਰਸ ਵੇਵ, ਐਵੇਂ ਚਲਦੀ ਹੈ ਟ੍ਰਾਂਸਵਰਸ ਵੇਵ, ਆਡੇ ਦਾ ਤਿਰੰਗਾ ਜਿਹਨਾਂ ਨੂੰ ਕਹਿੰਦੇ ਆ ਆਪਾਂ ਆਡੇ ਦਾ ਤਿਰੰਗਾ। ਆਡੇ ਦਾ ਤਿਰੰਗਨ ਜਿਹੜਾ ਉੱਪਰਲਾ ਪਾਰਟ ਹੈ, ਜਿਹੜਾ ਇਹਦਾ ਟੌਪ ਪਾਰਟ ਹੈ, ਉਹਨੂੰ ਕਹਿੰਦੇ ਆ ਕ੍ਰੈਸਟ ਤੇ ਇਹਨੂੰ ਕਹਿੰਦੇ ਆ ਟਰਫ। ਉਹਨੂੰ ਕੀ ਕਹਿੰਦੇ ਆ? ਕ੍ਰੈਸਟ ਤੇ ਇਹਨੂੰ ਕੀ ਕਹਿੰਦੇ ਆ? ਟਰਫ ਕਿਹਾ ਜਾਂਦਾ ਹੈ। ਉੱਚਾ ਤੇ ਉਚਾਨ ਤੇ ਨਿਵਾਨ ਨੋਰਮਲ ਲੈਂਗੁਏਜ ਕੀ ਹੈ? ਤਾਂ ਕਹਿੰਦਾ ਦੋ ਲਗਾਤਾਰ ਕ੍ਰੈਸਟ ਦੇ ਅੰਦਰ ਜਿਹੜਾ ਡਿਸਟੈਂਸ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਦੋ ਲਗਾਤਾਰ ਕ੍ਰੈਸਟ ਦੇ ਅੰਦਰ ਜਿਹੜਾ ਡਿਸਟੈਂਸ ਹੈ ਉਹਨੂੰ ਕੀ ਕਹਿੰਦੇ ਹਾਂ? ਉਹਨੂੰ ਆਪਾਂ ਕਹਿੰਦੇ ਹਾਂ ਜੀ ਵੇਵ ਲੈਂਥ, ਤਰੰਗ ਲੰਬਾਈ ਕਹਿੰਦੇ ਹਾਂ। ਉਸ ਨੂੰ ਕੀ ਕਿਹਾ ਜਾਂਦਾ ਹੈ? ਵੇਵ ਲੈਂਥ ਕਿਹਾ ਜਾਂਦਾ ਹੈ। ਇੱਕ ਵੇਵ ਲੈਂਥ ਦੇ ਬਰਾਬਰ ਹੁੰਦਾ ਹੈ, ਇੱਕ ਤਰੰਗ ਲੰਬਾਈ ਦੇ ਬਰਾਬਰ ਹੁੰਦਾ ਹੈ। ਤੇ ਇਸ ਦੀ ਕਰੈਕਟ ਆਪਸ਼ਨ ਹੈ ਜੀ ਸਾਡੇ ਕੋਲ ਆਪਸ਼ਨ ਨੰਬਰ ਇਹ ਜਿਹੜਾ ਇਹਦਾ ਕਰੈਕਟ ਆਨਸਰ ਹੈ। ਤਾਂ ਤਰੰਗ ਲੰਬਾਈ ਜਿਹੜੀ ਹੈ ਸਾਡੇ ਕੋਲ ਇੱਕ ਤਰੰਗ ਲੰਬਾਈ ਦੇ ਬਰਾਬਰ ਹੁੰਦਾ ਹੈ। ਜਿਹੜਾ ਸਾਡੇ ਕੋਲ ਇੱਕ ਕ੍ਰੈਸਟ ਤੋਂ ਦੂਜੇ ਕ੍ਰੈਸਟ ਤੱਕ ਜਿਹੜਾ ਡਿਸਟੈਂਸ ਆ ਉਹ ਕੀ ਹੈ? ਇੱਕ ਤਰੰਗ ਲੰਬਾਈ ਦੇ ਬਰਾਬਰ ਹੁੰਦਾ ਹੈ। ਤਰੰਗ ਲੰਬਾਈ ਕੀ ਹੁੰਦੀ ਹੈ? ਉਹ ਘੱਟੋ ਘੱਟ ਦੂਰੀ ਜਿਸ ਵਿੱਚ ਧੁਨੀ ਤਰੰਗ ਦੁਹਰਾਈ ਜਾਂਦੀ ਹੈ। ਕਹਿੰਦੇ ਉਹ ਘੱਟੋ ਘੱਟ ਦੂਰੀ ਜਿਸ ਦੇ ਨਾਲ ਦੁਹਰਾਈ ਜਾਂਦੀ ਹੈ ਧੁਨੀ ਦੀ ਤਰੰਗ। ਹੁਣ ਦੇਖੋ ਇੱਥੇ ਉੱਪਰ ਸੀ, ਫਿਰ ਦੁਬਾਰਾ ਦੁਹਰਾਓ ਇੱਥੇ ਹੋਇਆ, ਤਾਂ ਇਸ ਦੂਰੀ ਨੂੰ ਆਪਾਂ ਕੀ ਕਹਿੰਦੇ ਹਾਂ? ਤਰੰਗ ਲੰਬਾਈ ਕਹਿੰਦੇ ਹਾਂ, ਵੇਵ ਲੈਂਥ ਕਹਿੰਦੇ ਹਾਂ। ਤੇ ਵੇਵ ਲੈਂਥ ਦਾ ਸਿੰਬਲ ਕੀ ਹੈ ਜੀ? ਸਾਡੇ ਕੋਲ ਲੈਮਡਾ ਹੈ। ਇਹਨੂੰ ਕੀ ਕਹਿੰਦੇ ਆ? ਲੈਮਡਾ ਸਿੰਬਲ ਨਾਲ ਇਹਨੂੰ ਡਿਨੋਟ ਕੀਤਾ ਜਾਂਦਾ ਹੈ, ਲੈਮਡਾ। ਤਰੰਗ ਲੰਬਾਈ ਨੂੰ ਕਿਸ ਨਾਲ ਦਰਸਾਉਂਦੇ ਹਾਂ ਜੀ? ਲੈਮਡਾ ਨਾਲ ਦਰਸਾਇਆ ਜਾਂਦਾ ਹੈ। ਤੇ ਇਸ ਦੀ ਐਸਆਈ ਯੂਨਿਟ ਵੀ ਤੁਸੀਂ ਯਾਦ ਰੱਖ ਲਿਓ। ਇਸ ਦੀ ਐਸਆਈ ਯੂਨਿਟ ਜਿਹੜੀ ਹੈ ਸਾਡੇ ਕੋਲ ਉਹ ਕੀ ਹੈ ਜੀ? ਮੀਟਰ ਹੁੰਦੀ ਹੈ। ਵਧਦੇ ਹਾਂ ਆਪਣੇ ਨੈਕਸਟ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਸਾਡੇ ਕੋਲ which endocrine gland is known as master gland? ਕਿਹੜੀ ਐਂਡੋਕਰਾਈਨ ਗ੍ਰੰਥੀ ਮਾਸਟਰ ਗ੍ਰੰਥੀ ਦੇ ਤੌਰ ਤੇ ਜਾਣੀ ਜਾਂਦੀ ਹੈ? ਕਿਹੜੀ ਐਂਡੋਕਰਾਈਨ ਗ੍ਰੰਥੀ ਮਾਸਟਰ ਗ੍ਰੰਥੀ ਦੇ ਤੌਰ ਤੇ ਜਾਣੀ ਜਾਂਦੀ ਹੈ? ਆਪਸ਼ਨ ਏ ਹੈ ਪੈਨਕ੍ਰੀਆਸ, ਆਪਸ਼ਨ ਬੀ ਹੈ ਐਡਰਨਲ, ਆਪਸ਼ਨ ਸੀ ਹੈ ਪਿਚੂਟਰੀ, ਆਪਸ਼ਨ ਡੀ ਹੈ ਹਾਈਪੋਥੈਲਮਸ। ਇਹਨਾਂ ਵਿੱਚੋਂ ਕਿਹੜੀ ਗ੍ਰੰਥੀ ਹੈ ਜਿਸ ਨੂੰ ਆਪਾਂ ਮਾਸਟਰ ਗ੍ਰੰਥੀ ਕਹਿੰਦੇ ਹਾਂ? ਮਾਸਟਰ ਗ੍ਰੰਥੀ ਕਿਹੜੀ ਹੁੰਦੀ ਹੈ ਜੀ? ਜਿਹੜੀ ਬਾਕੀ ਗ੍ਰੰਥੀਆਂ ਤੇ ਕੰਟਰੋਲ ਕਰਦੀ ਹੈ। ਜਿਹੜੀ ਗ੍ਰੰਥੀ ਬਾਕੀ ਸਾਰੀ ਗ੍ਰੰਥੀਆਂ ਤੇ ਕੰਟਰੋਲ ਰੱਖਦੀ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਾਂ? ਮਾਸਟਰ ਗ੍ਰੰਥੀ ਕਹਿੰਦੇ ਹਾਂ। ਤੇ ਜਿਹੜੀ ਬਾਕੀ ਗ੍ਰੰਥੀਆਂ ਤੇ ਕੰਟਰੋਲ ਰੱਖਦੀ ਹੈ ਉਹ ਕਿਹੜੀ ਹੈ ਜੀ? ਸਾਡੇ ਕੋਲ ਪਿਚੂਟਰੀ ਹੈ। ਜਿਹੜੀ ਪਿਚੂਟਰੀ ਗ੍ਰੰਥੀ ਹੈ ਬਾਕੀ ਗ੍ਰੰਥੀਆਂ ਤੇ ਆਪਦਾ ਕੰਟਰੋਲ ਰੱਖਦੀ ਹੈ, ਇਸ ਲਈ ਇਹਨੂੰ ਕੀ ਕਹਿੰਦੇ ਹਾਂ? ਮਾਸਟਰ ਗਲੈਂਡ ਵੀ ਕਿਹਾ ਜਾਂਦਾ ਹੈ। ਇਸ ਲਈ ਇਹਨੂੰ ਮਾਸਟਰ ਗਲੈਂਡ ਵੀ ਕਹਿੰਦੇ ਹਾਂ। ਤੇ ਇਸ ਦੀ ਆਪਸ਼ਨ ਕਰੈਕਟ ਜਿਹੜੀ ਆ ਉਹ ਕੀ ਹੈ? ਸੀ ਆਪਸ਼ਨ ਜਿਹੜੀ ਇਹਦੇ ਕੋਲ ਆਪਣੇ ਕੋਲ ਕਰੈਕਟ ਹੈ। ਨੈਕਸਟ ਕੁਐਸਚਨ ਹੈ ਦੀ ਮੋਸਟ ਅਬੰਡੈਂਟ ਮੈਟਲ ਔਨ ਦੀ ਸਰਫੇਸ ਆਫ ਅਰਥ। ਧਰਤੀ ਦੇ ਸਰਫੇਸ ਤੇ ਪਾਈ ਜਾਣ ਵਾਲੀ ਸਭ ਤੋਂ ਵੱਧ ਮਾਤਰਾ ਵਿੱਚ ਕਿਹੜੀ ਧਾਤ ਪਾਈ ਜਾਂਦੀ ਹੈ? ਧਰਤੀ ਦੀ ਸਤ੍ਹਾ ਤੇ ਸਭ ਤੋਂ ਵੱਧ ਮਾਤਰਾ ਵਿੱਚ ਕਿਹੜੀ ਧਾਤ ਪਾਈ ਜਾਂਦੀ ਹੈ? ਆਪਸ਼ਨ ਏ ਹੈ ਆਇਰਨ, ਆਪਸ਼ਨ ਬੀ ਐਲੂਮੀਨੀਅਮ, ਕੈਲਸ਼ੀਅਮ ਜਾਂ ਸੋਡੀਅਮ। ਇਹਨਾਂ ਚਾਰਾਂ ਵਿੱਚੋਂ ਕਿਹੜੀ ਧਾਤ ਸਭ ਤੋਂ ਜ਼ਿਆਦਾ ਮਾਤਰਾ ਵਿੱਚ ਪਾਈ ਜਾਂਦੀ ਹੈ? ਤਾਂ ਉਸ ਦਾ ਉਹ ਹੈ ਜੀ ਸਾਡੇ ਕੋਲ ਐਲੂਮੀਨੀਅਮ ਜਿਹੜੀ ਹੈ ਉਹ ਸਭ ਤੋਂ ਵੱਧ ਮਾਤਰਾ ਵਿੱਚ ਪਾਈ ਜਾਂਦੀ ਹੈ। ਕੀ ਹੈ ਜੀ? ਐਲੂਮੀਨੀਅਮ ਜਿਹੜੀ ਹੈ ਧਰਤੀ ਦੀ ਕਰਸਟ ਦੇ ਅੰਦਰ ਸਭ ਤੋਂ ਵੱਧ ਮਾਤਰਾ ਵਿੱਚ ਪਾਈ ਜਾਂਦੀ ਹੈ। ਉਹ ਧਾਤੂ ਕਿਹੜੀ ਹੈ? ਸਾਡੇ ਕੋਲ ਐਲੂਮੀਨੀਅਮ ਹੈ। ਤੇ ਇੱਕ ਗੱਲ ਯਾਦ ਰੱਖਣਾ, ਆ ਜਿਹੜੀ ਆਪ ਦੀ ਫ੍ਰੀ ਸਟੇਟ ਦੇ ਅੰਦਰ ਨਹੀਂ ਪਾਈ ਜਾਂਦੀ, ਆ ਕੰਪਾਊਂਡ ਦੀ ਸਟੇਟ 'ਚ ਹੁੰਦੀ ਹੈ। ਬਾਅਦ 'ਚ ਇਹਨੂੰ ਜਿਹੜੀ ਹੈ ਸ਼ੁੱਧ ਕੀਤੀ ਜਾਂਦੀ ਹੈ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਕੁਐਸਚਨ ਨੰਬਰ 8 ਨਿਊਟਨਸ ਫਸਟ ਲਾ ਆਫ ਮੋਸ਼ਨ ਇਜ਼ ਰਿਲੇਟਡ ਵਿਦ। ਨਿਊਟਨ ਦਾ ਪਹਿਲਾ ਨਿਯਮ, ਨਿਊਟਨ ਦੀ ਗਤੀ ਦਾ ਪਹਿਲਾ ਨਿਯਮ ਕਿਸ ਨਾਲ ਸੰਬੰਧਿਤ ਹੈ? ਨਿਊਟਨ ਦਾ ਗਤੀ ਦਾ ਪਹਿਲਾ ਨਿਯਮ ਕਿਸ ਨਾਲ ਸੰਬੰਧਿਤ ਹੈ? ਆਪਸ਼ਨ ਏ ਹੈ ਜੀ ਗੈਲੀਲੀਓਜ਼ ਲਾ ਆਫ ਇਨਰਸ਼ੀਆ, ਗੈਲੀਲੀਓ ਦੇ ਜੜਤਾ ਦੇ ਨਿਯਮ ਨਾਲ। ਆਪਸ਼ਨ ਬੀ ਹੈ ਸਾਡੇ ਕੋਲ ਕੈਪਲਰ ਦੇ ਪਹਿਲੇ ਨਿਯਮ ਨਾਲ। ਆਪਸ਼ਨ ਸੀ ਹੈ ਕੈਪਲਰ ਦੇ ਦੂਜੇ ਨਿਯਮ ਨਾਲ। ਆਪਸ਼ਨ ਡੀ ਹੈ ਕੈਪਲਰ ਦੇ ਤੀਜੇ ਨਿਯਮ ਨਾਲ। ਪਹਿਲਾਂ ਆਪਾਂ ਇਹਨਾਂ ਨਿਯਮਸ ਬਾਰੇ ਪੜ੍ਹ ਲੈਂਦੇ ਹਾਂ, ਨਿਯਮ ਕਿਹੜੇ ਕਿਹੜੇ ਨੇ ਤੇ ਕੀ ਕਹਿੰਦੇ ਨੇ। ਗੈਲੀਲੀਓਜ਼ ਲਾ ਆਫ ਇਨਰਸ਼ੀਆ, ਸਭ ਤੋਂ ਪਹਿਲਾਂ ਗੈਲੀਲੀਓਜ਼ ਲਾ ਆਫ ਇਨਰਸ਼ੀਆ ਕੀ ਕਹਿੰਦਾ ਹੈ? ਗੈਲੀਲੀਓ ਦਾ ਜੜਤਾ ਦਾ ਨਿਯਮ ਕੀ ਕਹਿੰਦਾ ਹੈ ਜੀ? ਆ ਕਹਿੰਦਾ ਹੈ ਕਿ ਕੋਈ ਵੀ ਵਸਤੂ ਹੈ, ਕੋਈ ਵੀ ਵਸਤੂ ਜਿਹੜੀ ਹੈ ਆਪਣੀ ਆਰਾਮ ਦੀ ਅਵਸਥਾ ਵਿੱਚ ਰਹੇਗੀ ਜਾਂ ਸਮਾਨ ਵੇਗ ਦੀ ਅਵਸਥਾ ਵਿੱਚ ਰਹੇਗੀ ਜਦੋਂ ਤੱਕ ਉਸ ਤੇ ਬਾਹਰੀ ਬਲ ਨਾ ਲੱਗੇ। ਕੋਈ ਵੀ ਵਸਤੂ ਆਪਣੀ ਮੌਜੂਦਾ ਸਥਿਤੀ ਵਿੱਚ ਉਸ ਸਮੇਂ ਤੱਕ ਰਹਿੰਦੀ ਹੈ ਜਦੋਂ ਤੱਕ ਉਸ ਤੇ ਕੋਈ ਬਾਹਰੀ ਬਲ ਨਾ ਲੱਗੇ। ਉਸ ਤੇ ਵਸਤੂ ਦੇ ਸਮਰਥਨ ਨੂੰ ਜੜਤਾ ਕਿਹਾ ਜਾਂਦਾ ਹੈ। ਵਸਤੂ ਦੇ ਸਮਰਥਨ ਨੂੰ ਕੀ ਕਿਹਾ ਜਾਂਦਾ ਹੈ? ਜੜਤਾ ਕਿਹਾ ਜਾਂਦਾ ਹੈ, ਇਨਰਸ਼ੀਆ ਕਿਹਾ ਜਾਂਦਾ ਹੈ।
ਕੈਪਲਰਸ ਫਸਟ ਲਾ, ਕੈਪਲਰ ਦਾ ਪਹਿਲਾ ਨਿਯਮ ਕੀ ਸੀ? ਕੈਪਲਰ ਦੇ ਪਹਿਲੇ ਨਿਯਮ ਨੇ ਸਾਨੂੰ ਦੱਸਿਆ ਕਿ ਸਾਰੇ ਗ੍ਰਹਿ ਸੂਰਜ ਦੇ ਦੁਆਲੇ ਚੱਕਰਾ ਐਲਿਪਟੀਕਲ ਫਾਰਮ ਵਿੱਚ ਘੁੰਮਦੇ ਨੇ, ਅੰਡਾਕਾਰ ਐਲਿਪਟੀਕਲ ਫਾਰਮ ਦੇ ਵਿੱਚ ਜਿਹੜੇ ਹੈ ਸੂਰਜ ਦੇ ਦੁਆਲੇ ਚੱਕਰ ਲਗਾਉਂਦੇ ਹਨ। ਕੈਪਲਰ ਦਾ ਦੂਜਾ ਨਿਯਮ ਕੀ ਕਹਿੰਦਾ ਹੈ ਜੀ? ਕੈਪਲਰ ਦਾ ਦੂਜਾ ਨਿਯਮ ਵੀ ਦੇਖ ਲਓ। ਉਹ ਕਹਿੰਦਾ ਕਿ ਆ ਮੰਨ ਲਓ ਸਨ ਹੈ, ਆ ਕੋਈ ਪਲੈਨਟ ਹੈ ਜਿਹੜਾ ਇੱਦਾਂ ਦੇ ਬਾਰ-ਬਾਰ ਚੱਕਰ ਲਗਾਉਂਦਾ ਹੈ, ਤਾਂ ਕਹਿੰਦਾ आज ਪਲੈਨਟ ਜਿਹੜਾ ਹੈ ਇਕੁਅਲ ਸਮੇਂ 'ਚ ਇੱਕੋ ਜਿੰਨਾ ਏਰੀਆ ਕਵਰ ਕਰੇਗਾ। ਫੋਰ ਐਗਜ਼ਾਮਪਲ ਇੱਥੋਂ ਲੈ ਕੇ ਇੱਥੋਂ ਤੱਕ ਜਾਂਦਾ ਹੈ 1 ਘੰਟੇ 'ਚ, ਤਾਂ ਜਿੰਨਾ ਏਰੀਆ ਜਿਹੜਾ ਹੈ ਇਸ ਆਰਕ ਦੇ ਅੰਡਰ ਆਏਗਾ, ਜਿੰਨਾ ਏਰੀਆ ਇਸ ਦੇ ਅੰਡਰ ਆਏਗਾ ਉਨਾ ਹੀ ਜੇ ਇੱਥੋਂ ਲੈ ਕੇ ਇੱਥੋਂ ਤੱਕ 5 ਮਿੰਟ 'ਚ ਜਾਂਦਾ ਤਾਂ ਇਸ ਏਰੀਆ ਦੇ ਬਰਾਬਰ ਹੋਏਗਾ ਕਿ ਇਕੁਅਲ ਟਾਈਮ ਦੇ ਅੰਦਰ ਇਕੁਅਲ ਏਰੀਆ ਜਿਹੜਾ ਹੈ ਕਵਰ ਕਰਦਾ ਹੈ। ਕੋਈ ਵੀ ਪਲੈਨਟ ਇਕੁਅਲ ਟਾਈਮ ਦੇ ਅੰਦਰ, ਇਕੁਅਲ ਟਾਈਮ ਇੰਟਰਵਲ ਦੇ ਅੰਦਰ ਇਕੁਅਲ ਏਰੀਆ ਜਿਹੜਾ ਹੈ ਕਵਰ ਕਰਦਾ ਹੈ। ਠੀਕ ਹੈ ਜੀ। ਕੈਪਲਰ ਦਾ ਜਿਹੜਾ ਥਰਡ ਨਿਯਮ ਹੈ ਉਹ ਕੀ ਕਹਿੰਦਾ ਹੈ ਜੀ? ਉਹ ਸਾਨੂੰ ਟਾਈਮ ਦੇ ਅੰਦਰ ਤੇ ਜਿਹੜਾ ਪ੍ਰਿੰਸੀਪਲ ਐਕਸਿਸ ਦੇ ਅੰਦਰ ਰਿਲੇਸ਼ਨ ਦੱਸਦਾ ਹੈ। ਜਿਹੜਾ ਕੈਪਲਰ ਦਾ ਥਰਡ ਨਿਯਮ ਹੈ ਉਹ ਸਾਨੂੰ ਕਿਸੇ ਵੀ ਪਲੈਨਟ ਦੇ ਜਿਹੜਾ ਹੈ, ਕੋਈ ਵੀ ਪਲੈਨਟ ਹੈ ਆਪਣੇ ਕੋਲ, ਉਸ ਦੇ ਅੰਦਰ ਪਲੈਨਟ ਅਤੇ ਟਾਈਮ ਪੀਰੀਅਡ ਅਤੇ ਜਿਹੜਾ ਉਸ ਦਾ ਪ੍ਰਿੰਸੀਪਲ ਐਕਸਿਸ ਦੀ ਦੂਰੀ ਹੈ ਉਹਨਾਂ ਦੇ ਅੰਦਰ ਰਿਲੇਸ਼ਨ ਦੱਸਦਾ ਹੈ। ਕੈਪਲਰ ਦੇ ਤੀਜੇ ਨਿਯਮ ਬਾਰੇ ਗੱਲ ਕਰਦੇ ਹਾਂ। ਕੈਪਲਰ ਦਾ ਤੀਜਾ ਨਿਯਮ ਕੀ ਕਹਿੰਦਾ ਹੈ ਕਿ ਮੰਨ ਲਓ ਇੱਕ ਪਲੈਨਟ ਹੈ, ਆ ਕੋਈ ਪਲੈਨਟ ਹੈ, ਆ ਸਾਡੇ ਕੋਲ ਸਨ ਹੈ, ਇਹਦੇ ਸਨ ਤੋਂ ਮੇਜਰ ਐਕਸਿਸ ਦੀ ਦੂਰੀ ਹੈ r। ਮੰਨ ਕੇ ਚੱਲਦੇ ਹਾਂ ਕਿ ਇਹਦੇ ਸਨ ਤੋਂ ਮੇਜਰ ਐਕਸਿਸ ਦੀ ਦੂਰੀ ਕਿੰਨੀ ਹੈ ਜੀ? r ਹੈ। ਤੇ ਇਹਦਾ ਸਨ ਦੇ ਬਾਹਰ ਚੱਕਰ ਲਗਾਉਣ ਦਾ ਟਾਈਮ ਪੀਰੀਅਡ ਕੀ ਹੈ? t ਹੈ। ਸੌਰੀ, ਇਹਦਾ ਸਨ ਦੇ ਬਾਹਰ ਚੱਕਰ ਲਗਾਉਣ ਦਾ ਟਾਈਮ ਪੀਰੀਅਡ ਕੀ ਹੈ? t ਹੈ। ਤੇ ਮੇਜਰ ਐਕਸਿਸ ਤੋਂ ਦੂਰੀ ਕੀ ਹੈ? r ਹੈ। ਤਾਂ ਉਹ ਕਹਿੰਦਾ t ਸਕੁਅਰ is proportional to r cube, t square is proportional to r cube। दोबारा देख लो केपलर का तीजा नियम की कहता है कि जेड़ा सन है, आ मान लेने अपने कोल सन है, आ कोई प्लेनेट है अर्थ ही मान लेने, जे इन्हां दी मेजर एक्सिस दी दूरी आपस च मान लेने r डिस्टेंस है इन्हां दे विचकार, ते अर्थ दा टाइम पीरियड है सन दे राउंड चक्कर लगाउण दा t। ਜਿਹੜੀ ਧਰਤੀ ਹੈ ਸੂਰਜ ਦੁਆਲੇ t ਸਮੇਂ ਤੇ ਚੱਕਰ ਲਗਾਉਂਦੀ ਹੈ ਤੇ ਸੂਰਜ ਤੋਂ r ਦੂਰੀ ਤੇ ਹੈ, ਤਾਂ t ਸਕੁਅਰ ਜਿਹੜਾ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਵੇਗਾ r ਕਿਊਬ ਦੀ। ਆ ਕੈਪਲਰ ਦਾ ਥਰਡ ਨਿਯਮ ਹੈ। ਤਾਂ ਆਪਣਾ ਪ੍ਰਸ਼ਨ ਸੀ ਨਿਊਟਨ ਦਾ ਪਹਿਲਾ ਨਿਯਮ ਕਿਸ ਨਾਲ ਸੰਬੰਧਿਤ ਹੈ? ਨਿਊਟਨ ਦਾ ਪਹਿਲਾ ਨਿਯਮ ਰਿਲੇਟਡ ਕਿਸ ਨਾਲ ਹੈ? ਤਾਂ ਨਿਊਟਨ ਦਾ ਪਹਿਲਾ ਨਿਯਮ ਹੈ ਜੀ ਗੈਲੀਲੀਓ ਦੇ ਜੜਤਾ ਦੇ ਨਿਯਮ ਨਾਲ। ਕਿਸ ਨਾਲ ਸੰਬੰਧਿਤ ਹੈ? ਗੈਲੀਲੀਓ ਦੇ ਜੜਤਾ ਦੇ ਨਿਯਮ ਨਾਲ ਸੰਬੰਧਿਤ ਹੈ। ਨਿਊਟਨ ਦਾ ਪਹਿਲਾ ਨਿਯਮ ਕੀ ਕਹਿੰਦਾ ਆਪਾਂ ਨੂੰ ਕਿ ਕੋਈ ਵੀ ਚੀਜ਼ ਆਪਦੀ ਮੌਜੂਦਾ ਸਥਿਤੀ ਵਿੱਚ ਰਹੇਗੀ ਜਦੋਂ ਤੱਕ ਉਸ ਤੇ ਕੋਈ ਬਾਹਰੀ ਬਲ ਨਾ ਲੱਗੇ। ਕੋਈ ਵੀ ਵਸਤੂ ਆਪਣੇ ਮੌਜੂਦਾ ਆਰਾਮ ਦੀ ਸਥਿਤੀ ਜਾਂ ਸਮਾਨ ਵੇਗ ਦੀ ਸਥਿਤੀ ਵਿੱਚ ਰਹੇਗੀ ਜਦੋਂ ਤੱਕ ਉਸ ਤੇ ਬਾਹਰੀ ਬਲ ਨਾ ਲੱਗੇ। ਤਾਂ ਨਿਊਟਨ ਦਾ ਪਹਿਲਾ ਨਿਯਮ ਗੈਲੀਲੀਓ ਦੇ ਜੜਤਾ ਦੇ ਨਿਯਮ ਨਾਲ ਸੰਬੰਧਿਤ ਹੈ। ਨੈਕਸਟ ਕੁਐਸਚਨ ਹੈ ਸਾਡੇ ਕੋਲ ਕੁਐਸਚਨ ਨੰਬਰ 9। ਨੇਮ ਦੀ ਸਬਸਟੈਂਸ whose build up in the muscles during vigorous physical exercise may cause cramps। ਕਹਿੰਦਾ ਉਹਨਾਂ ਸਬਸਟੈਂਸ ਦੇ ਨਾਮ ਦੱਸੋ ਜਿਹੜੇ ਬਹੁਤ ਜ਼ਿਆਦਾ ਸਰੀਰਕ ਕਸਰਤ ਕਰਨ ਤੇ, ਜਦੋਂ ਆਪਾਂ ਬਹੁਤ ਜ਼ਿਆਦਾ ਸਰੀਰਕ ਕਸਰਤ ਕਰਦੇ ਹਾਂ ਜਾਂ ਤੇਜ਼ ਦੌੜਦੇ ਹਾਂ ਉਸ ਟਾਈਮ ਕ੍ਰੈਂਪ ਪੈਦਾ ਕਰਦੇ ਹਨ। ਉਹ ਕਿਹੜੇ ਪਦਾਰਥ ਹਨ ਜਿਹੜੇ ਕ੍ਰੈਂਪ ਪੈਦਾ ਕਰਦੇ ਨੇ ਜਦੋਂ ਆਪਾਂ ਜ਼ਿਆਦਾ ਐਕਸਰਸਾਈਜ਼ ਕਰ ਲੈਂਦੇ ਹਾਂ? ਕਈ ਵਾਰ ਕੀ ਹੁੰਦਾ ਆਪਾਂ ਜ਼ਿਆਦਾ ਭੱਜ ਦੌੜ ਕਰਦੇ ਹਾਂ ਤਾਂ ਆਪਣੀ ਮਸਲਸ ਦੇ ਅੰਦਰ ਕ੍ਰੈਂਪ ਆ ਜਾਂਦੇ ਨੇ, ਮਸਲਸ ਅਕੜ ਜਾਂਦੀਆਂ ਨੇ, ਉਹਨੂੰ ਕਹਿੰਦੇ ਆ ਕ੍ਰੈਂਪ। ਤੇ ਕਹਿੰਦੇ ਜਿਹੜੀ ਮਾਸਪੇਸ਼ੀਆਂ ਅਕੜ ਜਾਂਦੀਆਂ ਨੇ ਕਾਫੀ ਐਕਸਰਸਾਈਜ਼ ਕਰਨ ਨਾਲ, ਤਾਂ ਉਸ ਦਾ ਕੀ ਉਹ ਕਿਹੜੇ ਪਦਾਰਥ ਦੇ ਪੈਦਾ ਹੋਣ ਨਾਲ ਅਕੜਦੀਆਂ ਨੇ? ऑप्शन ए है जी इथेनॉल, कार्बन डाइऑक्साइड ते एनर्जी। ऑप्शन बी है लैक्टिक एसिड एंड एनर्जी। ऑप्शन सी है कार्बन डाइऑक्साइड, वाटर एंड एनर्जी। ऑप्शन डी है पायरोवेट। इन्हां विचों किहड़ी ऑप्शन इहदे लई सही है? तो याद रखियो जदों भी क्रैंप्स दी गल होवे तां लैक्टिक एसिड पैदा हुंदा है। की हुंदा है जी? लैक्टिक एसिड पैदा हुंदा है। ते जिहड़ा आ सबस्टेंस किहड़े-किहड़े पैदा हुंदे ने? लैक्टिक एसिड एंड एनर्जी। आ किस दा पार्ट है? एक रेस्पिरेशन दा ही पार्ट है कि जदों अपने अंदर की है, जदों आपां एक्सरसाइज करदे हां बहुत तेज वाली, ਤਾਂ ਕੀ ਹੈ ਆਪਣੇ ਸੈਲਸ ਜਿਹੜੇ એનર્ਜੀ ਬਰਨ ਕਰਦੇ ਆ ਬਹੁਤ ਜ਼ਿਆਦਾ। ਜਿਵੇਂ ਆਪਾਂ ਦੌੜ ਰਹੇ ਹਾਂ ਤੇਜ਼ ਦੌੜ ਰਹੇ ਹਾਂ ਤਾਂ ਜਿਹੜੇ ਆਪਣੇ ਬੋਡੀ ਦੇ ਸੈੱਲ ਹੈ ਉਹਨਾਂ ਨੂੰ ਕੀ ਹੈ? એનર્ਜੀ ਚਾਹੀਦੀ ਹੈ। ਬੋਡੀ ਦੇ ਸੈਲਸ ਨੂੰ એનર્ਜੀ ਚਾਹੀਦੀ ਹੈ ਜ਼ਿਆਦਾ, ਪਰ ਆਪਾਂ ਨੂੰ ਰੈਸਪੀਰੇਸ਼ਨ ਕਾਰਨ એનર્ਜੀ ਕਮ ਮਿਲ ਰਹੀ ਹੁੰਦੀ ਹੈ, ਆਕਸੀਜਨ ਕਮ ਮਿਲ ਰਹੀ ਹੁੰਦੀ ਹੈ। ਤਾਂ ਇਹ ਕੀ ਹੈ? ਇਹਨਾਂ ਦੇ ਅੰਦਰ ਇੱਕ ਪ੍ਰੋਸੈਸ ਹੁੰਦੀ ਹੈ ਰੈਸਪੀਰੇਸ਼ਨ ਦੀ, ਜਿਸ ਕਾਰਨ ਕੀ ਹੈ? ਲੈਕਟਿਕ ਐਸਿਡ ਬਣ ਜਾਂਦਾ ਹੈ ਅਤੇ એનર્ਜੀ ਪੈਦਾ ਹੁੰਦੀ ਹੈ। ਤੇ ਜਿਹੜਾ ਲੈਕਟਿਕ ਐਸਿਡ ਬਣਦਾ ਹੈ ਇਸ ਕਾਰਨ ਮਸਲਸ ਦੇ ਅੰਦਰ ਕ੍ਰੈਂਪ ਵੀ ਆਉਂਦੇ ਹਨ। ਨੈਕਸਟ ਕੁਐਸਚਨ ਹੈ ਸਾਡੇ ਕੋਲ ਵਿਚ ਆਫ ਦੀ ਫੋਲੋਇੰਗ ਇਜ਼ ਐਨ ਐਂਡੋਥਰਮਿਕ ਪ੍ਰੋਸੈਸ। ਇਹਨਾਂ ਵਿੱਚੋਂ ਕਿਹੜੀ ਇੱਕ ਐਂਡੋਥਰਮਿਕ ਪ੍ਰੋਸੈਸ ਹੈ? ਇਹਨਾਂ ਵਿੱਚੋਂ ਕਿਹੜੀ ਇੱਕ ਐਂਡੋਥਰਮਿਕ ਪ੍ਰੋਸੈਸ ਹੈ?
एंडोथर्मिक प्रोसेस की हुंदी है, ਜਿਹੜੀ एंडोथर्मिक प्रोसेस है उस दे अंदर की हुंदा जी हीट ऑब्जर्व हुंदी है साडे कोल की हुंदा है हीट ऑब्जर्व हुंदी है हीट ਜਿਹੜੀ ਹੈ ਸੋਖੀ ਜਾਂਦੀ है एंडोथर्मिक ਨੂੰ ਕਹਿੰਦੇ ਹਾਂ ਆਪਾਂ ਤਾਪ ਸੋਖੀ ਕਿਰਿਆ ਪੰਜਾਬੀ ਚ ਦੱਸ ਦਿੰਨੀ ਹਾਂ ਤਾਪ ਸੋਖੀ ਕਿਰਿਆ ਇਹਨਾਂ ਵਿੱਚੋਂ ਕਿਹੜੀ ਇੱਕ ਤਾਪ ਸੋਖੀ ਕਿਰਿਆ ਹੈ एंडोथर्मिक ਤਾਪ ਸੋਖੀ ਜੇ ਹੋਵੇ ਐਗਜ਼ੋਥਰਮਿਕ ਤਾਂ ਹੁੰਦੀ ਹੈ ਤਾਪ ਨਿਕਾਸੀ ਜੇ ਐਗਜ਼ੋਥਰਮਿਕ ਵਰਡ ਹੋਵੇ ਤਾਂ ਉਹ ਹੁੰਦੀ ਹੈ ਸਾਡੇ ਕੋਲ ਤਾਪ ਨਿਕਾਸੀ ਕਿਰਿਆ ताप निकासी ठीक है जी हुण ऑप्शन पहली है डिल्यूशन ऑफ सल्फ्यूरिक एसिड ऑप्शन बी है सब्लिमेशन ऑफ ड्राई आइस डिल्यूशन ऑफ सल्फ्यूरिक एसिड मतलब कि सल्फ्यूरिक एसिड ਨੂੰ ਆਪਾਂ ਡਾਇਲੂਟ ਕਰਦੇ ਹਾਂ ਪਤਲਾ ਕਰਦੇ ਹਾਂ बी है सब्लिमेशन ऑफ ड्राई आइस ਸੁੱਕੀ ਬਰਫ਼ ਦਾ ਜਿਹੜਾ ਹੈ ਜੋਹਰ ਉੱਡਣਾ ਪੰਜਾਬੀ ਚ ਸਬਲੀਮੇਸ਼ਨ ਨੂੰ ਕਹਿੰਦੇ ਆ ਜੋਹਰ ਉੱਡਣਾ ਕਿ ਜੋਹਰ ਉੱਡਣੇ ਦਾ ਮਤਲਬ ਕੀ ਹੁੰਦਾ ਹੈ ਸਬਲੀਮੇਸ਼ਨ ਦਾ ਮਤਲਬ ਕੀ ਹੁੰਦਾ ਹੈ ਕਿਸੇ ਚੀਜ਼ ਦਾ ਠੋਸ ਤੋਂ ਸਿੱਧਾ ਗੈਸ ਬਣ ਜਾਣਾ ਜਾਂ ਫਿਰ ਗੈਸ ਤੋਂ ठोस बन जाना उन्होंने कहते हैं सब्लिमेशन ठोस तो गैस या गैस तो डायरेक्ट ठोस बनना वो की कहंदा है जी साडे कोल सब्लिमेशन कहंदा है थर्ड है कंडेंसेशन ऑफ वाटर वेपर पानी दे जेडे वेपर है वाशअप कण है उन्हां दा संघनन ਉਹ ਜਿਹੜੇ ਆ ਵਾਪਸ ਭਾਫ ਜਿਹੜੀ ਪਾਣੀ ਚ ਬਣ ਜਾਂਦਾ ਉਸ ਪ੍ਰੋਸੈਸ ਨੂੰ ਜਾਂ ਫਿਰ ਰੈਸਪੀਰੇਸ਼ਨ ਇਨ ਹਿਊਮਨ ਬੀਇੰਗਸ ਮਨੁੱਖ ਦੇ ਅੰਦਰ ਜਿਹੜੀ ਰੈਸਪੀਰੇਸ਼ਨ ਹੈ ਉਸ ਦੌਰਾਨ तो देखो पहली ऑप्शन है डिल्यूशन ऑफ सल्फ्यूरिक एसिड जदों सल्फ्यूरिक एसिड ਨੂੰ ਆਪਾਂ ਡਿਲੂਟ ਕਰਦੇ ਹਾਂ ਤਾਂ ਹੀਟ ਪੈਦਾ ਹੁੰਦੀ ਹੈ ਨਾ ਕਿ ਸੋਖੀ ਜਾਂਦੀ ਹੈ ਤਾਂ ਆ ਕੀ ਹੈ ਤਾਪ ਨਿਕਾਸੀ ਹੈ ऑप्शन ए गलत है ऑप्शन बी सब्लिमेशन ऑफ ड्राई आइस ਸੁੱਕੀ ਬਰਫ਼ ਕਾਰਬਨ ਜਿਹੜੀ ਹੁੰਦੀ ਹੈ ਸੁੱਕੀ ਬਰਫ਼ ਹੈ ਉਹ ਸਬਲੀਮੇਟ ਹੁੰਦੀ ਹੈ ਤਾਂ ਕੀ ਹੈ ਤਾਪ ਸੋਖਦੀ ਹੈ ਦੇਖੋ ਡਰਾਈ ਸੀ ਸੁੱਕੀ ਬਰਫ਼ ਸੀ ਉਹਨੇ ਤਾਪ ਸੋਖਿਆ ਤਾਂ ਉਹ ਸਬਲੀਮੇਟ ਹੋ ਕੇ ਜਿਹੜੀ ਹੈ हवा के अंदर गैस के अंदर जी है बदल गई आप ब्याह शादियों में कई फंक्शन से देखते हैं ना धुआं जो उड़ता है वो की है ड्राई आइस सब्लीमेट होंगी है तो प्रोसैस होंगी है तो आ की है साडे कोल एक एंडोथर्मिक प्रोसैस है बाकी तो ऑप्शन भी देख लेने जो कंडेंसेशन होंगे वाटर वेपर्स का तो भी हीट बाहर निकलती है मनुख साह लेंदा तो भी हीट बाहर निकलती है तो ये तीनों की सी एग्जोथर्मिक सन ये तीनों आ साडे कोल की है एंडोथर्मिक प्रोसैस है नेक्स्ट क्वेश्चन है क्वेश्चन नंबर 11 द ह्यूमन आई पोजेस द पावर ऑफ एकोमोडेशन कहते मनुखी अख विच एकोमोडेशन दी पावर हुंदी है उस आ किस तरह दी पावर है एकोमोडेशन पावर ऑफ एकोमोडेशन किस नु कहंदे हां तो तुहानू पता ही है कि जेड़ा साडा एकोमोडेशन पावर है की हुंदी है कि अपने जेड़े लेंस दे आपां जेड़े है फोकस करन दी जेड़ी शक्ति है किसी भी चीज दी अलग अलग दूरी ते जेड़ा है लेंस फोकस करन दी शक्ति रखदा ओनू कहंदे आ पावर ऑफ एकोमोडेशन ਜਿਹੜਾ ਸਾਡਾ ਲੈਂਸ ਹੈ ਫੋਕਸ ਕਰਦਾ ਹੈ ਅਲੱਗ-ਅਲੱਗ ਲੈਂਥ ਤੇ ਫੋਕਸ ਕਰਦਾ ਆਪਦੀ ਫੋਕਲ ਲੈਂਥ ਚੇਂਜ ਕਰਕੇ ਉਹਨੂੰ ਕੀ ਕਹਿੰਦੇ ਆ ਐਕੋਮੋਡੇਸ਼ਨ ਕਹਿੰਦੇ ਹਾਂ ਦੇਖੋ ਜਿਹੜਾ ਆਪਣਾ ਲੈਂਸ ਹੈ ਉਹ ਵੱਖ-ਵੱਖ ਦੂਰੀ ਤੇ ਚੀਜ਼ਾਂ ਤੇ ਪਈਆਂ ਵਸਤੂਆਂ ਤੋਂ ਕਿਰਨਾਂ ਆਉਂਦੀਆਂ ਨੇ ਨਾ ਉਹਨਾਂ ਨੂੰ ਕੀ ਕਰਦਾ ਹੈ ਆਪਦੀ ਫੋਕਲ ਲੈਂਥ ਚੇਂਜ ਕਰਕੇ ਪ੍ਰੋਪਰ ਰੈਟਿਨਾ ਤੇ ਉਹਨਾਂ ਦਾ ਕੀ ਹੈ ਪ੍ਰਤੀਬਿੰਬ ਬਣਾਉਂਦਾ ਹੈ ਕਦੇ ਫੋਕਲ ਲੈਂਥ ਘਟਾ ਲੈਂਦਾ ਕਦੇ ਵਧਾ ਲੈਂਦਾ ਅਕੋਰਡਿੰਗ ਟੂ ਰਿਕੁਆਇਰਮੈਂਟ ਤੇ ਜਿਹੜੀ ਉਸ ਦੀ ਪਾਵਰ ਹੈ अलग अलग दूरी ते पई वस्तुआं ते फोकस करन दी जेड़ी पावर है उन्होंने कहते हैं आपां पावर ऑफ एकोमोडेशन तो इसदी ऑप्शन नंबर सी जेड़ी है क्वेश्चन नंबर 11 दी अपने कोल करेक्ट है अल्टर द डायमीटर ऑफ प्यूपिल नहीं जी कहंदा जिवें इंटेंसिटी ऑफ लाइट चेंज आ की है जदों जिवें जिवें बिजली दी तीव्रता चेंज हुंदी है तो उस हिसाब नाल प्यूपिल दा साइज बदलना नहीं इनू पावर ऑफ एकोमोडेशन नहीं कहंदे आ चीज़ हुंदी जरूर है देखो जेड़ा अपने अंदर अख दा डेला हुंदा है कई बार की हुंदा आपां तेज लाइट चों अंदर कट लाइट से आपको कुछ नहीं दिखाई देता ताकि या फिर कट लाइट तो तेज से ज्यादा भी कुछ नहीं दिखाई देता थोड़ी देर लिए क्यों क्योंकि उस टाइम लिए अपना जो प्यूपिल है वह साइज होंगे चेंज वो या वड्डा होंगे या छोटा होंगे तो अकॉर्डिंग टू लाइट दोनों सेम साइज चाहने लिए टाइम लगता है इसलिए कुछ पल अपन जो दिखाई नहीं दिता आ प्रोसेस अपने अख च होंगी है पर इनू पावर ऑफ एकोमोडेशन नहीं कहती डिस्टिंग्विश बिटवीन लाइट ऑफ डिफरेंट कलर नहीं डिफरेंट कलर दियां रोशन देखने का कम जिहड़ा है एकोमोडेशन का नहीं है पर आ कमेंट सैक्शन तो तुसीं दस्सिओ कलर का पता आपां नूं किस कारण लगदा अख दे अंदर किहड़े सेल्स है जिहड़े कलर्स बारे दसदे है डिसाइड विच ऑफ टू ऑब्जेक्ट इज क्लोजर नहीं तो इसदी करेक्ट ऑप्शन अपने कोल सी है फोकस ऑन ऑब्जेक्ट एट डिफरेंट डिस्टेंस नैक्सट क्वेश्चन है तुहाडे कोल एटॉमिक मॉडल हैव बीन इंप्रूवड ओवर द ईयर कहंदे जिन्ने भी परमाणु दे जिहड़े है मॉडल बनाए गए सन वो हर साल साल दर चेंज किए गए उन्होंने इंप्रूवमेंट लै गया तो कहते जिस हिसाब से उन्होंने इंप्रूवमेंट आया है उन्होंने क्रोनोलॉजिकल ऑर्डर विच करो एटॉमिक मॉडल्स नूं की करना क्रोनोलॉजिकल ऑर्डर विच करना है कि पहला केड़ा होया फिर बाद च केड़ा होया ऑप्शंस देखते हैं पहला अपने कोल
पहली है रदरफोर्ड एटॉमिक मॉडल, दूजी है थॉमसन एटॉमिक मॉडल, तीजी है बोहर एटॉमिक मॉडल। कहते पहला रदरफोर्ड, दूजी है थॉमसन, तीजी है साडे कोल बोहर एटॉमिक मॉडल। तो आप देखते हैं सब तो पहला जिहड़ा एटॉमिक मॉडल दिता सी वो दिता सी जी थॉमसन ने। सब तो पहला एटॉमिक मॉडल आया सी जे थॉमसन दा, जे थॉमसन दे बाद आया सी जी रदरफोर्ड दा, रदरफोर्ड ने दिता सी। ते रदरफोर्ड दे बाद जिहड़ा है एटॉमिक मॉडल दिता सी वो दिता सी नील बोहर ने, नील बोहर ने। ते जिहड़ा अज एटॉमिक मॉडल यूज हुंदा है वो मेन किहदा नील बोहर दा जिहड़ा है वो यूज हुंदा है। जे थॉमसन ने किहड़ा दिता सी वाटरमेलन या पुडिंग वाला दिता सी। उन्हें कहा सी कि जिहड़ा अपने कोल एटम है, जिहड़ा अपने कोल एटम है वो या तो वाटरमेलन की तरह मन लो जां उसनूं क्रिसमस पुडिंग की तरह मन लो। जिवें आप वाटरमेलन है जिहड़ा इहदा रेड पार्ट है आ अलग चार्ज ने ते जिहड़े बीच बीज ने वो जिहड़े इहदे इलैक्ट्रॉन जे अलग चार्ज ने। ठीक है, उन्हें इहदी कंपैरिजन किया सी वाटरमेलन ते क्रिसमस पुडिंग नाल, पर इन्हें पूरी व्याख्या नहीं की सी। इस लिस्ट विच फिर चेंज किए गए। फिर रदरफोर्ड ने गोल्ड फॉइल अल्फा पार्टिकल नाल जिहड़ा एक्सपेरीमेंट किया उसने डिफाइन प्रॉपर नहीं किया सी। रदरफोर्ड ने कहा कि एटम दे विचकार कोई सख्त पदार्थ है जिस कारण किरणा वापस मुड़ रही ने, एटम दे विचकार कुछ खाली जगह है जिस कारण किरणा बाहर जा रही ने। तीजा क्या सी और एटम्स के अंदर कुछ जिहड़े अजे तत्व ने जिस कारण किरणा थोड़ी बहुत रिफ्लैक्ट हो रही ने। फिर नील बोहर ने आपदा प्रॉपर जिहड़ा है मॉडल तीजा जिहड़ा पेश किया जिहड़ा कि अजकल आपां यूज करते हैं। तो क्रोनोलॉजिक ऑर्डर च क्या आएगा, सब तो पहला थॉमसन, देन रदरफोर्ड, देन नील बोहर। तो अपने को ऑर्डर बनेगा 2 1 3। 2 1 3 अपने को केड़ी ऑप्शन बनती है जी, ऑप्शन नंबर सी जिहड़ी है करेक्ट आंसर है। क्वेश्चन नंबर 13 है तुहाडे सामने, द करेक्ट ऑर्डर ऑफ द पार्ट ऑफ नर्व सेल थ्रू विच नर्व इंपल्स इज ट्रांसमिटेड। कहंदा नाड़ी सेल दा जिहड़ा ट्रांसमिट है संदेश जिहड़ा एक दूसरे तो दूसरी जगह पहुंचाने दा करेक्ट ऑर्डर केड़ा है। आ नाड़ी सेल आप बना लेने हाँ। कहंदा जिहड़ा नाड़ी सेल है उस दा आप दे मैसेज नूं पहुंचाने दा करेक्ट ऑर्डर केड़ा है, किस तरीके नाल वो जिहड़ा है करेक्ट पहुंचदा है। ठीक है जी, आ अपने कोल हुंदियां ने जी डेंड्राइट्स, डेंड्राइट्स आ हैगी जी, आ न्यूक्लियस है, आ हैगी साडे कोल सेल बॉडी, सेल बॉडी है, आ है जी एक्सोन एंड आ हैगे ने साडे कोल नर्व एंड, नर्व एंड। तो सेल दे अंदर देखो जी संदेश वाहक जिवें जिवें दे पार्ट उस तरह जाणगे। पहला डेंड्राइट्स, डेंड्राइट तो सेल बॉडी तो एक्सोन, एक्सोन तो नर्व एंडिंग। तो अपने को ऑप्शन बन गया ऑप्शन नंबर डी। पहला डेंड्राइट तक संदेश पहुंचते हैं, डेंड्राइट्स उसनूं पास कर दिया ने सेल बॉडी तो, सेल बॉडी दिंदे ने एक्सोन नूं, एक्सोन दिंदे ने नर्व एंड नूं। फिर इत्थे सेल स्पेस हुंदे दोवां विचकार जगह, फिर सेल स्पेस तो अगले सेल तक। इस तरह सर्कल जिहड़ा अगे तो अगे चलदा रहिंदा है। क्वेश्चन नंबर 14, एसी जनरेटर वर्क ऑन द प्रिंसिपल ऑफ। एसी जनरेटर जिहड़ा है किस सिद्धांत ते जिहड़ा है काम करदा है। एसी जनरेटर किस सिद्धांत ते काम करदा है। ऑप्शन ए फोर्स एक्सपीरियंस बाय कंडक्टर इन मैग्नेटिक फील्ड, चुंबकी खेतर विच पए चालक राही जिहड़ा है बल महसूस किया जाता है उस ते। दूजा है इलैक्ट्रोमैग्नेटिक इंडक्शन, इलैक्ट्रोमैग्नेटिक इंडक्शन ते करदा है बिजली चुंबकी प्रेरण। इलैक्ट्रोस्टैटिक ते करदा है या इन्हां विचों कोई नहीं। तो जिहड़ा एसी जनरेटर है जी साडे कोल ओ काम करदा है जी इलैक्ट्रोमैग्नेटिक इंडक्शन ते। ऑप्शन नंबर बी जिहड़ी है करेक्ट ऑप्शन है, एसी जनरेटर काम करदा है इलैक्ट्रोमैग्नेटिक इंडक्शन, इलैक्ट्रोमैग्नेटिक इंडक्शन ते जिहड़ा है आ काम करदा है। ते आपां नूं इलैक्ट्रोमैग्नेटिक इंडक्शन बारे जाणू किसने करवाया सी। इहदे बारे सब तो पहला आपां नूं फैराडे ने दस्सिया सी। किसने दस्सिया जी, फैराडे ने दस्सिया सी। फैराडे ने इस बारे जिहड़ी है रिसर्च कीती सी। ते तुसीं मैनूं कमेंट सैक्शन च दस्सिओ इलैक्ट्रोमैग्नेटिक इंडक्शन हुंदी की है, व्हाट डू यू मीन बाय इलैक्ट्रोमैग्नेटिज्म। कमेंट सैक्शन ते इसदा आंसर जरूर देना, इलैक्ट्रोमैग्नेटिज्म की हुंदा है। नेक्स्ट क्वेश्चन है साडे कोल, विच ऑफ फॉलोइंग इज बायोडाइवर्सिटी हॉटस्पॉट। बायोडाइवर्सिटी दे हॉटस्पॉट किहड़े ने। हुण कह दो जी मैम असीं तां जी मोबाइल च हॉटस्पॉट सुनिया है। मोबाइल च हॉटस्पॉट हुंदा है जो साडा डाटा मुक जांदा है असीं कहंदे आ जी हॉटस्पॉट ऑन कर दो, है ना। पर बायोडाइवर्सिटी दे अंदर भी हॉटस्पॉट हुंदे ने,
ਉਹ ਕਿਹੜੇ ਨੇ, ਇਹਨਾਂ ਵਿੱਚੋਂ ਕਿਹੜੇ ਬਾਇਓਡਾਇਵਰਸਿਟੀ ਹੌਟਸਪੌਟ ਹੈਗੇ ਹਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਬਾਇਓਡਾਇਵਰਸਿਟੀ ਹੌਟਸਪੌਟ ਕਿਹੜੇ ਹੁੰਦੇ ਨੇ। ਮੋਬਾਈਲ ਹੌਟਸਪੌਟ ਤਾਂ ਤੁਹਾਨੂੰ ਪਤਾ ਹੀ ਹੈ, ਆਪਾਂ ਗੱਲ ਕਰਦੇ ਹਾਂ ਬਾਇਓਡਾਇਵਰਸਿਟੀ ਹੌਟਸਪੌਟ ਦੀ। ਦੇਖੋ ਜੀ, ਬਾਇਓਡਾਇਵਰਸਿਟੀ ਹੌਟਸਪੌਟ ਉਹ ਏਰੀਆ ਨੇ, ਉਹਨਾਂ ਖੇਤਰਾਂ ਨੂੰ ਆਪਾਂ ਹੌਟਸਪੌਟ ਕਹਿੰਦੇ ਹਾਂ ਜਿਨ੍ਹਾਂ ਦੇ ਅੰਦਰ ਹਾਈ ਲੈਵਲ ਆਫ ਸਪੀਸੀਜ਼ ਪਾਈਆਂ ਜਾਣ, ਬਹੁਤ ਸਾਰੀਆਂ ਜਾਤੀਆਂ ਪ੍ਰਜਾਤੀਆਂ ਪਾਈਆਂ ਜਾਣ, ਹਾਈ ਲੈਵਲ ਆਫ ਸਪੀਸੀਜ਼ ਜਿਹਦੇ ਅੰਦਰ ਪਾਈਆਂ ਜਾਂਦੀਆਂ ਨੇ, ਉਹਨੂੰ ਕੀ ਕਹਿੰਦੇ ਆਪਾਂ, ਬਾਇਓਡਾਇਵਰਸਿਟੀ ਹੌਟਸਪੌਟ ਕਹਿੰਦੇ ਹਾਂ। ਹੁਣ ਤੁਸੀਂ ਦੇਖੋ, ਇਹਨਾਂ ਵਿੱਚੋਂ ਕਿਸ ਦੇ ਅੰਦਰ ਸਭ ਤੋਂ ਵੱਧ ਪ੍ਰਜਾਤੀਆਂ ਪਾਈਆਂ ਜਾਣਗੀਆਂ? ਨਦੀਆਂ ਦੇ ਅੰਦਰ, ਜੰਗਲਾਂ ਦੇ ਅੰਦਰ, ਮਾਰੂਥਲਾਂ ਦੇ ਅੰਦਰ ਜਾਂ ਸਮੁੰਦਰਾਂ ਓਸ਼ੀਅਨਸ ਦੇ ਅੰਦਰ ਕਿੱਥੇ ਪਾਈਆਂ ਜਾਣਗੀਆਂ? ਤਾਂ ਇਸ ਦਾ ਕਰੈਕਟ ਆਨਸਰ ਹੋਏਗਾ ਜੰਗਲ, ਫੋਰੈਸਟ। ਫੋਰੈਸਟ ਦੇ ਅੰਦਰ ਸਭ ਤੋਂ ਵੱਧ ਜਿਹੜੀਆਂ ਸਪੀਸੀਜ਼ ਪਾਈਆਂ ਜਾਂਦੀਆਂ ਨੇ, ਕਿਉਂਕਿ ਪੇੜਸ ਦੀ ਵੀ ਬਹੁਤ ਜ਼ਿਆਦਾ ਹੁੰਦੇ ਨੇ ਤੇ ਜੀਵ ਜੰਤੂਆਂ ਦੀ ਬਹੁਤ ਸਾਰੀਆਂ ਪ੍ਰਜਾਤੀਆਂ ਇਹਦੇ ਅੰਦਰ ਪਾਈਆਂ ਜਾਂਦੀਆਂ ਨੇ। ਤੇ ਆਪਸ਼ਨ ਨੰਬਰ ਬੀ ਕਰੈਕਟ ਹੈ। ਤੇ ਕਿਸੇ ਏਰੀਆ ਨੂੰ ਆਪਾਂ ਬਾਇਓਡਾਇਵਰਸਿਟੀ ਹੌਟਸਪੌਟ ਕਦੋਂ ਮੰਨਦੇ ਹਾਂ? ਇਹਨਾਂ ਲਈ ਕਿਹੜੇ ਤਿੰਨ ਮੇਨ ਜਿਹੜੇ ਆ ਚੀਜ਼ਾਂ ਦੇਖੀਆਂ ਜਾਂਦੀਆਂ ਨੇ? ਉਹਨੇ ਸਾਡੇ ਕੋਲ ਜਿਹੜੀ ਇਹਦੇ ਅੰਦਰ ਦੇਖੇ ਜਾਂਦੇ ਨੇ, ਉਹਨੇ ਨੰਬਰ ਆਫ ਟੋਟਲ ਸਪੀਸੀਜ਼, ਕਿੰਨੀਆਂ ਸਪੀਸੀਜ਼ ਨੇ ਟੋਟਲ। ਕੋਈ ਵੀ ਏਰੀਆ ਨੂੰ, ਕਿਸੇ ਵੀ ਜੰਗਲ ਨੂੰ ਆਪਾਂ ਕਹਿੰਦੇ ਹਾਂ ਬਾਇਓਡਾਇਵਰਸਿਟੀ ਹੌਟਸਪੌਟਸ, ਤਾਂ ਪਹਿਲਾਂ ਦੇਖਿਆ ਜਾਂਦਾ ਉਸ ਦਾ ਨੰਬਰ ਆਫ ਟੋਟਲ ਸਪੀਸੀਜ਼ ਕਿੰਨੀਆਂ ਨੇ। ਫਿਰ ਦੇਖਿਆ ਜਾਂਦਾ ਹੈ ਯੂਨੀਕ ਕਿੰਨੀਆਂ ਨੇ ਉਹਦੇ ਅੰਦਰੋਂ, ਜਿਹੜੀਆਂ ਕਿ ਖਤਮ ਹੋਣ ਦੀ ਕੰਗਾਰ ਨੇ ਤੇ ਹੋਰ ਕਿਸੇ ਨਹੀਂ ਪਾਈਆਂ ਜਾਂਦੀਆਂ। ਫਿਰ ਦੇਖਿਆ ਜਾਂਦੀਆਂ ਨੇ ਕਿਹੜੀਆਂ ਰਿਸਕ ਤੇ ਨੇ, ਯੂਨੀਕ ਨੇ ਜਿਹੜੀਆਂ ਮਤਲਬ ਹੋਰ ਕਿਤੇ ਨਹੀਂ ਪਾਈਆਂ ਜਾਂਦੀਆਂ ਪਰ ਇੱਥੇ ਕਾਫੀ ਮਾਤਰਾ 'ਚ ਨੇ। ਰਿਸਕ 'ਚ ਕਿਹੜੀਆਂ ਨੇ ਜਿਨ੍ਹਾਂ ਦੀ ਕੀ ਹੈ ਗਿਣਤੀ ਬਹੁਤ ਘੱਟ ਹੈ ਤੇ ਉਹ ਖਤਮ ਹੋਣ ਵਾਲੇ ਨੇ। ਇਹ ਤਿੰਨ ਕ੍ਰਾਈਟੇਰੀਆ ਹੈ ਜੀ ਕਿਸੇ ਚੀਜ਼ ਨੂੰ ਬਾਇਓਡਾਇਵਰਸਿਟੀ ਹੌਟਸਪੌਟ ਦੱਸਣ ਲਈ। क्वेश्चन नंबर 16 है साढ़े सामने, द वेट ऑफ एन ऑब्जेक्ट एट द सेंटर ऑफ अर्थ ऑफ रेडियस आर, कि जे धरती का अर्ध व्यास आर है तो उस दे केंद्र ते वस्तु का भार कितना होवेगा? तो उस दे केंद्र ते वस्तु का भार कितना होवेगा? ऑप्शन ए है 0, ऑप्शन बी आर टाइम वेट एट द सरफेस ऑफ अर्थ, कहंदा जिन्ना उस दे तल ते उसका आर गुणा। तीसरा है जी इनफिनिट, अनंत। चौथा है जी 1/r² गुणा, धरती ते तल तो 1/r² गुणा ज्यादा होएगा। याद रखियो जदों भी अर्थ दे सेंटर की गल आ जाती है तो सेंटर ते वेट की हुंदा है, सेंटर ते जी की हुंदा है जी 0। जी की वैल्यू 0 हुंदी है। वेट का दे बराबर हुंदा है जी अपने कोल मास इंटू ग्रेविटी, ते जे जी 0 है तो मास तुहाडा कितना भी होवे वो भी की हो जाएगा, वेट की हो जाएगा 0। याद रखियो धरती के सेंटर ते किसी भी चीज़ का वेट की हुंदा है 0 हुंदा है। इसकी करेक्ट ऑप्शन है साडे कोल ऑप्शन नंबर ए। नेक्स्ट क्वेश्चन है, ए सोप मॉलिक्यूल हेज, कि एक जिहड़ी साबण है उस दे अणु विच की हुंदा है? साबण दे अणु विच की हुंदा है जिस कारण सफाई करता है? ऑप्शन ए है हाइड्रोफोबिक हेड एंड हाइड्रोफोबिक टेल। मन्निया जाता है जिहड़े साबण दे मॉलिक्यूल्स हुंदे ने उन्हां दे एक हेड हुंदा है, किवें टेल हुंदी है। तो पहली ऑप्शन है कि पानी तो डरन वाला हेड ते पानी तो डरन वाली पूछ, बिल्कुल नहीं। दूजी ऑप्शन है हाइड्रोफोबिक हेड एंड हाइड्रोफिलिक टेल, कहंदा जिहड़ा सिर है वो पानी तो दूर भजन वाला, हाइड्रोफोबिक हेड ते हाइड्रोफिलिक टेल, टेल जिहड़ी है वो पानी दे नेड़े आने वाली। तीसरी ऑप्शन है हाइड्रोफिलिक हेड एंड हाइड्रोफिलिक टेल, कहंदे दोनों ही पानी के प्रति जिहड़े नेड़े जाने वाले होण। चौथी है हाइड्रोफिलिक हेड एंड हाइड्रोफोबिक टेल, कहंदा जिहड़ा सिर है वो जिहड़ा है पानी दे कोल जाएगा लेकिन टेल जिहड़ी है वो दूर भजेगी। तो ऑप्शन नंबर डी जिहड़ी साडे कोल करेक्ट है। याद रखियो साबण दे अणु दे अंदर जिहड़ा हेड है वो पानी वाल आकर्षित हुंदा है, पानी वाल जांदा है, ते जिहड़ी टेल है वो पानी तो दूर भजदी है। क्वेश्चन नंबर 18 है तुहाडे कोल, द नेचुरल गैस कंसिस्ट मेनली ऑफ, कुदरती गैस विच मुख तौर ते की पाया जाता है? कुदरती गैस विच मुख तौर ते की पाया जाता है? ऑप्शन ए है मीथेन, ऑप्शन बी है इथेन, ऑप्शन सी है प्रोपेन, ऑप्शन डी है ब्यूटेन। ये सारे की ने हाइड्रोकार्बन ने ना, सारे की है हाइड्रोकार्बन ने। केड़े हाइड्रोकार्बन ने सारे साडे कोल? सैचुरेटेड हाइड्रोकार्बन ने। सैचुरेटेड हाइड्रोकार्बन केड़े ग्रुप नाल रखदा है? अल्केन नाल रखदा है। अल्केन दा फार्मूला की हुंदा है? जर्नल CnH2n+2। आ नॉलेज तुहानूं होनी चाहिए है। तुसीं सारिਆਂ ने मिथेन, इथेन, प्रोपेन ते ब्यूटेन दा जिहड़ा फार्मूला बना के कमेंट सैक्शन च दसना है। ते जिहड़ी नेचुरल गैस है जी उस दे अंदर मुख्य तौर ते की पाया जाता है ते वो है जी मिथेन। मिथेन की पाई जाती है। कुदरती गैस दे अंदर मेन कंसिस्ट की हुंदा है? मिथेन हुंदी है।
क्वेश्चन नंबर 19 है विच ऑफ फॉलोइंग इज इन नॉट करेक्ट। इन्हां विचों किहड़ा सही नहीं है। नोट वर्ड ध्यान नाल पढ़ लेना। पेपर च प्रश्न पढ़ते समय कई बार बच्चे गलती करते हैं, नोट लिखे होंगे ध्यान नहीं देंगे, तो क्वेश्चन को पहले ध्यान नाल पढ़ना है, देन आंसर करना है। तो अपने को पूछा नोट करेक्ट सही नहीं है। पहला है जी लाइट इज इलेक्ट्रोमैग्नेटिक वेव। बिजली जड़ी है प्रकाश की एक इलेक्ट्रोमैग्नेटिक वेव है, बिजली चुंबकीय तरंग है। लाइट ट्रेवल इन स्ट्रेट लाइन। बिजली जड़ी एक सीधी रेखा में चलती है। लाइट इज ए ट्रांसवर्स वेव। जड़ी बिजली है वो आडेदार तरंग है। लाइट इज ए लॉन्गिट्यूडनल वेव। बिजली जड़ी है वो लंबेदार तरंग है। तो जड़ी बिजली है जी साडे को प्रकाश, लाइट क्या प्रकाश, बाई मिस्टेक में बिजली बोलता लाइट। ਜਿਹੜਾ ਸਾਡੇ ਕੋਲ ਪ੍ਰਕਾਸ਼ ਹੈਗਾ ਹੈ ਉਹ ਕੀ ਹੁੰਦਾ ਇੱਕ ਬਿਜਲਈ ਚੁੰਬਕੀ ਤਰੰਗ ਹੁੰਦੀ ਹੈ। ਕੀ ਹੁੰਦੀ ਹੈ ਇਲੈਕਟ੍ਰੋਮੈਗਨੈਟ ਵੇਵ ਹੁੰਦੀ ਹੈ। ਬਿਜਲਈ ਚੁੰਬਕੀ ਤਰੰਗ ਹੁੰਦੀ ਹੈ। ਕਿਉਂ ਹੁੰਦੀ ਹੈ ਬਿਜਲਈ ਚੁੰਬਕੀ? ਕਿਉਂਕਿ ਇਹ ਵੈਕਿਊਮ ਵਿੱਚ ਵੀ ਚੱਲ ਲੈਂਦੀ ਹੈ। ਵੈਕਿਊਮ ਬਿਜਲਈ ਚੁੰਬਕੀ ਨੂੰ ਬਿਜਲਈ ਚੁੰਬਕੀ ਤਰੰਗ ਨੂੰ ਚੱਲਣ ਲਈ ਕੋਈ ਮਾਧਿਅਮ ਦੀ ਜ਼ਰੂਰਤ ਨਹੀਂ ਹੁੰਦੀ। ਇਹ ਵੈਕਿਊਮ ਦੇ ਅੰਦਰ ਵੀ ਚੱਲ ਲੈਂਦੀ ਹੈ। ਖਲਾ ਦੇ ਅੰਦਰ ਵੀ ਆਪਾਂ ਜਿਹੜੀ ਲਾਈਟ ਨਿਕਲ ਜਾਂਦੀ ਹੈ। कोई भी खला है जिथे वैक्यूम है, हवा नहीं है, कुछ भी नहीं है, उस दे अंदरों भी लाइट जी है पास करती है। तो ये वैक्यूम के अंदर चल जाती है, इसलिए बिजली चुंबकी तरंग है। आ स्ट्रेट लाइन से भी चलती है। जी लाइट है आ स्ट्रेट लाइन से ट्रेवल करती है। तो जो लाइट के कण ने जो लाइट ट्रेवल करती है तो जोड़े कण हिलते हैं वो जोड़े लंबे का आपस एवं हिलते हैं उपर नीचे एवं एवं मूव करती है क्रेस्ट ऑफ की तरह। तो आ जी कहे साढ़े को ट्रांसवर्स भी है। आ जी एक ट्रांसवर्स वे भी बनती है। तो जी ऑप्शन नंबर डी है वो ये इनकरेक्ट है कि आ लॉन्गिट्यूडनल जी है वो नहीं होंगी। जी लाइट है प्रकाश और लॉन्गिट्यूडनल वेव नहीं है, वो ट्रांसवर्स वेव भी है, वो स्ट्रेट लाइन से भी चलती है, वो बिजली चुंबकी तरंग भी हैगी है। आज दा लास्ट क्वेश्चन पेश है तुहाडे सामने भी क्वेश्चन मैच दी कॉलम 1 एंड कॉलम 2 इन्हां दोनों नूं आपां मिलाना है जी। पहला है साडे कोल न्यूट्रॉन, दूजा है पलम-पुडिंग मॉडल, तीजा है मास ऑफ एटम इज कंसनट्रेटेड एट द सेंटर ऑफ एटम, स्टेशनरी ऑर्बिट। इन्हां नूं कॉलम 2 दे अंदर नाम दिते आपां नूं वख-वख साइंटिस्ट ने जिन्हां ने गल्लां दसियां ने रदरफोर्ड, बोहर, थॉमसन एटॉमिक मॉडल ते चैडविक। ते अपने कोल पहली ऑप्शन है जी न्यूट्रॉन। सब तो पहला साडे कोल की है जी न्यूट्रॉन है। तो न्यूट्रॉन बारे सानू किने दसिया जी? न्यूट्रॉन की खोज की सी चैडविक ने। न्यूट्रॉन की खोज किसने की सी? चैडविक ने की सी। तो आपां इसदा जिहड़ा वो बनांदे हां कोड बनांदे हां पी दा की बन गया 4। दूजा है जी पलम पुडिंग मॉडल जिहड़ा है पुडिंग मॉडल जिहड़ा कहंदे आ क्रिसमस मॉडल भी कहा जाता है। तो आ सानू किने दिता सी जिहड़ा आ आपां नूं पुडिंग मॉडल जिहड़ा है पुडिंग मॉडल दिता सी आपां नूं थॉमसन ने। जे थॉमसन ने जिहड़ा है पुडिंग मॉडल दिता सी एटम दा। ते अपने कोल क्यू दा कोड बनया है 3। तीजा है मास ऑफ एटम इज कंसनट्रेट एट द सेंटर। कहंदा जिहड़ा पुंज है एटम दा वो जिहड़ा है सेंटर ते ज़्यादा कंसनट्रेटेड हुंदा है, सेंटर ते ज़्यादा पै जांदा है। आ गल किसने कही सी कि सेंटर दे विच एक भारी चीज़ है जिस कारण किरणां वापस मुड़ जांदियां ने। आ सानू कही सी रदरफोर्ड ने। किने कही सी? रदरफोर्ड ने कही सी। तो आर की बनेगा 1 ते एस बच गया अपने कोल स्टेशनरी ऑर्बिट। स्टेशनरी ऑर्बिट्स के बारे सानू बोहर दे एटॉमिक मॉडल विच पता चलता है। तो एस है 2। आ वाला कोड देखो कित्थे है अपने कोल 4 3 1 2 डी ऑप्शन जी है अपने कोल करेक्ट हैगी है। 20th क्वेश्चन दी ऑप्शन नंबर डी। आ सी जी अज दे टॉप मोस्ट 20 क्वेश्चन। वीडियो नूं ज़्यादा से ज़्यादा लाइक ते शेयर जरूर करो। थैंक्स एंड हैव ए नाइस डे। काइंडली लाइक शेयर एंड सबसक्राइब दी चैनल।